ਸੰਗਤ ਏਡ ਮੈਡੀਕਲ ਫੰਡ ਦੀ ਸਮੂਹ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਅਸੀਂ ਪਹੁੰਚੇ ਹਾਂ ਪਿੰਡ ਕਲੇਰ, ਜ਼ਿਲ੍ਹਾ ਤਰਨਤਾਰਨ। ਇੱਥੋਂ ਦੇ ਹਨ ਬੀਬੀ ਹਰਜਿੰਦਰ ਕੌਰ ਜੀ, ਜਿਨ੍ਹਾਂ ਨੂੰ ਪਿਛਲੇ 20-25 ਦਿਨ ਤੋਂ ਪ੍ਰੋਬਲਮ ਹੈ ਕਿ ਉਹਨਾਂ ਦੇ ਲੱਕ ਦੀਆਂ ਜਿਹੜੀਆਂ ਨਸਾਂ ਨੇ ਉਹ ਫਿਸ ਜਾਣ ਕਰਕੇ ਉਹਨਾਂ ਨੂੰ ਲੈਟਰਨ ਬਾਥਰੂਮ ਦਾ ਬੰਨ ਪੈ ਗਿਆ ਸੀਗਾ। ਪਰਿਵਾਰ ਕਾਫੀ ਗਰੀਬ ਹੈ। ਇਹਨਾਂ ਦੇ ਪਤੀ ਦੀ ਅੱਜ ਤੋਂ 4 ਸਾਲ ਪਹਿਲਾਂ ਡੈਥ ਹੋ ਚੁੱਕੀ ਹੈ ਔਰ ਇਹਨਾਂ ਦੇ 2-3 ਬੱਚੇ ਨੇ, 2 ਬੇਟੀਆਂ ਔਰ 1 ਬੇਟਾ ਹੈ। ਔਰ ਹੁਣ ਇਹਨਾਂ ਦੇ ਪਰਿਵਾਰ ਦਾ ਸਾਰਾ ਦਾਰੋਮਦਾਰ ਜਿਹੜਾ ਉਹ ਇਹਨਾਂ ਦੇ ਸਿਰ 'ਤੇ ਸੀ। ਇਹ ਖੁਦ ਹੀ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਪਾਲ ਰਹੇ ਸਨ। ਪਰ ਅਚਾਨਕ ਹੀ ਇਸ ਤਰ੍ਹਾਂ ਕੰਮ ਧੰਦਾ ਕਰਦਿਆਂ ਇਹਨਾਂ ਦੇ ਜਿਹੜੇ ਮਣਕੇ ਨੇ ਉਹ ਪ੍ਰੈਸ ਹੋ ਗਏ ਔਰ ਕੁਝ ਨਾੜਾਂ ਜਿਹੜੀਆਂ ਨੇ ਉਹ ਫਿਸ ਗਈਆਂ ਅਤੇ ਇਹਨਾਂ ਦਾ ਲੈਟਰਨ ਬਾਥਰੂਮ ਦਾ ਇਹਨਾਂ ਨੂੰ ਬੰਨ ਪੈ ਗਿਆ। ਪਿਸ਼ਾਬ ਵਾਲੀ ਨਾਲੀ ਇਹਨਾਂ ਨੂੰ ਲੱਗੀ ਹੋਈ ਹੈ। ਇਹਨਾਂ ਨੇ ਸੰਗਤ ਏਡ ਮੈਡੀਕਲ ਫੰਡ ਦੀ ਟੀਮ ਦੇ ਨਾਲ ਸੰਪਰਕ ਕੀਤਾ। ਸੋ ਅਸੀਂ ਇਹਨਾਂ ਦੇ ਘਰ ਅੱਜ ਪਹੁੰਚੇ ਹਾਂ। ਆਪ ਦੇਖ ਸਕਦੇ ਹੋ ਕਿ ਸਾਰਾ ਘਰ ਦਾ ਜਿਹੜਾ ਹੈ ਉਹ ਸੀਨ ਕੈਮਰਾਮੈਨ ਸਾਹਿਬ ਦਿਖਾ ਰਹੇ ਨੇ ਆਪ ਜੀ ਨੂੰ। ਸੋ ਕਾਫੀ ਗਰੀਬ ਪਰਿਵਾਰ ਹੈ ਇਹ। ਮਤਲਬ ਕਿ ਇਹ ਜਿਹੜੀ ਪ੍ਰੋਬਲਮ ਇਹਨਾਂ ਨੂੰ ਕੰਮ ਧੰਦਾ ਕਰਦਿਆਂ ਆਈ ਜਾਂ ਘਰੇ ਆਈ ਜਾਂ ਕਿਸ ਤਰ੍ਹਾਂ ਕੀ ਪਤਾ? ਮਜ਼ਦੂਰੀ ਕਰਦੇ ਸੀ ਨਾ, ਮਜ਼ਦੂਰੀ ਕਰਨੀ ਪੈਂਦੀ। ਹੁਣ ਇਹਨਾਂ ਦਾ ਸਿਰ 'ਤੇ ਸਾਈਨ ਹੈਗਾ। ਹਾਂਜੀ, ਮੇਰਾ ਭਰਾ ਸੀ ਨਾ, ਠੀਕ, ਉਹ ਖਤਮ ਹੋ ਗਏ। ਕਦੋਂ ਦੀ ਡੈਥ ਹੋਈ? ਡੈਥ ਨੂੰ ਦੀ ਮੇਰੇ 5-6 ਸਾਲ ਹੋ ਗਏ ਨੇ। ਠੀਕ ਹੈ। ਜਿਵੇਂ ਆਪ ਜੀ ਸਤ ਸੰਗਤ ਜੀ ਸੁਣ ਰਹੇ ਹੋ, ਇਹ ਭਾਈ ਸਾਹਿਬ ਜੀ ਇਹਨਾਂ ਦੇ ਭਰਜਾਈ ਜੀ ਲੱਗਦੇ ਨੇ, ਬੀਬੀ ਹਰਜਿੰਦਰ ਕੌਰ। ਸੋ ਇਹਨਾਂ ਨੂੰ ਪਿਛਲੇ 20-25 ਦਿਨ ਤੋਂ ਇਹ ਪ੍ਰੋਬਲਮ ਆ ਰਹੀ ਹੈ। ਆਓ ਸੋ ਅਸੀਂ ਤੁਹਾਨੂੰ ਅੰਦਰ ਦਾ ਵੀ ਜਿਹੜਾ ਹਾਲਾਤ ਹੈ ਉਹ ਵਿਖਾਉਣੇ ਨੇ। ਸੋ ਇੱਕੋ ਹੀ ਕਮਰਾ ਇਸ ਪਰਿਵਾਰ ਦੇ ਕੋਲ ਆਪ ਦੇਖ ਰਹੇ ਹੋ। ਇਹਦੇ ਵਿੱਚ ਹੀ ਇਹਨਾਂ ਦਾ ਰਿਹਾਇਸ਼ ਹੈ। ਇਸੇ ਕਮਰੇ ਦੇ ਵਿੱਚ ਹੀ ਇਹਨਾਂ ਦੀ ਰਸੋਈ ਹੈ। ਇਸ ਕਮਰੇ ਦੇ ਵਿੱਚ ਹੀ ਇਹ ਸਾਰਾ ਪਰਿਵਾਰ ਰਹਿੰਦੇ ਨੇ, ਜਿਹੜੇ 3-4 ਜੀਅ ਨੇ। ਤੋ ਇਹ ਸਾਰੇ ਹਾਲਾਤ ਆਪ ਜੀ ਘਰ ਦੇ ਵੇਖ ਰਹੇ ਹੋ। ਅਤੇ ਇਹ ਆਪਣੇ ਇਸ ਘਰ ਦਾ ਜਿਹੜਾ ਨਿਰਵਾਹ ਗੁਜ਼ਾਰਾ ਹੈ ਉਹ ਦਿਹਾੜੀ ਦੱਪਾ ਕਰਕੇ ਚਲਾਉਂਦੇ ਸਨ। ਪਰ ਇਹਨਾਂ ਨੂੰ ਵੀ ਜਿਹੜੀ ਪ੍ਰੋਬਲਮ ਹੈ ਉਹ ਪਿਛਲੇ ਦਿਨਾਂ ਤੋਂ ਆਈ। ਆਪ ਦੇਖ ਸਕਦੇ ਹੋ ਕਿ ਬੀਬੀ ਹਰਜਿੰਦਰ ਕੌਰ ਜੀ, ਜਿਨ੍ਹਾਂ ਨੂੰ ਪਿਸ਼ਾਬ ਵਾਲੀ ਨਾਲੀ ਵੀ ਲੱਗੀ ਹੋਈ ਹੈ, ਇਸੇ ਤਰ੍ਹਾਂ ਹੀ ਹਨ। ਆਪ ਜੀ ਨੂੰ ਇਹ ਪ੍ਰੋਬਲਮ ਜਿਹੜੀ ਕਿੰਨੇ ਕੁ ਦਿਨ ਤੋਂ? 20-25 ਦਿਨ ਹੋ ਚੱਲੇ। ਮਣਕਿਆਂ ਦਾ ਹੀ ਕਹਿੰਦੇ ਸੀਗੇ ਵੀ ਮਣਕੇ ਚਕਾਉਂਦੇ ਰਹੇ, ਇਹ ਤੇ ਮਣਕਿਆਂ 'ਚ ਹੀ ਰਹੇ ਅਤੇ ਇਹੋ ਹੀ ਕਰਨ ਅਤੇ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ। ਮੇਰੀ ਇੰਨੀ ਪ੍ਰੋਬਲਮ ਵੱਧ ਗਈ ਆ, ਮੇਰੇ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ ਅਤੇ ਮੈਂ ਆਪਣਾ ਇਹੋ ਤੇ ਟਾਈਮ ਪਾਸ ਕਰਦੀ ਹਾਂ। ਮੈਂ ਹੁਣ ਮੰਜੇ 'ਤੇ ਬਹਿ ਗਈ ਹਾਂ। ਮੇਰੇ ਘਰ ਦਾ ਬਹੁਤ ਹਾਲਾਤ ਮਾੜੇ। ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਮੇਰੇ 3 ਗੁੱਡੀਆਂ, 1 ਕਾਕਾ ਵਾ। ਕੋਈ ਮਤਲਬ ਕਿ ਬੱਚਾ ਵਿਆਹਿਆ? ਹਾਂਜੀ, 1 ਗੁੱਡੀਆ ਵਿਆਹੀ, ਬਾਕੀ 3 ਵਿਆਹੁਣ ਵਾਲੇ। ਗੁੱਡੀਆਂ 2 ਜਵਾਨ ਆ, ਕਾਕਾ ਵੀ ਜੀ। ਸੋ ਸਾਧ ਸੰਗਤ ਜੀ, ਆਪ ਜੀ ਵੇਖ ਰਹੇ ਹੋ ਕਿ ਦੱਸ ਰਹੇ ਨੇ ਬੀਬੀ ਹਰਜਿੰਦਰ ਕੌਰ ਜੀ, ਪਤੀ ਇਹਨਾਂ ਦੇ ਸਿਰ 'ਤੇ ਨਹੀਂ ਹੈਗੇ ਔਰ ਇਹਨਾਂ ਦੀਆਂ 3 ਬੇਟੀਆਂ, 1 ਬੇਟਾ ਅਤੇ 1 ਬੇਟੀ ਇਹਨਾਂ ਦੀ ਵਿਆਹੀ ਹੋਈ ਆ। 2 ਬੇਟੀਆਂ ਵਿਆਹੁਣ ਵਾਲੀਆਂ ਨੇ ਔਰ ਬੇਟਾ ਵੀ ਹਲੇ ਛੋਟਾ ਹੈ ਅਤੇ ਘਰ ਦਾ ਸਾਰਾ ਗੁਜ਼ਾਰਾ ਇਹਨਾਂ ਦੇ ਸਿਰ 'ਤੇ ਚੱਲਦਾ ਸੀ। ਪਰ ਇਹ ਪ੍ਰੋਬਲਮ ਜਿਹੜੀ ਵੱਡੀ ਇਹਨਾਂ ਨੂੰ ਆ ਗਈ ਹੈ। ਸੋ ਅਸੀਂ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸੰਗਤ ਏਡ ਮੈਡੀਕਲ ਫੰਡ ਸੰਸਥਾ ਵੱਲੋਂ ਇਸ ਪਰਿਵਾਰ ਨੂੰ, ਇਸ ਮਰੀਜ਼ ਨੂੰ ਲੈ ਲਿਆ ਗਿਆ ਆਪ ਸੰਗਤਾਂ ਦੇ ਸਹਿਯੋਗ ਸਦਕਾ। ਸੋ ਬੇਨਤੀ ਆ, ਹੁਣ ਇਹਨਾਂ ਨੂੰ ਗੁਰੂ ਨਾਨਕ ਹਸਪੀਟਲ ਤਰਨਤਾਰਨ ਲਿਜਾਇਆ ਜਾਏਗਾ। ਉੱਥੇ ਫਿਰ ਜਿਵੇਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਹੋਵੇਗੀ, ਡਾਕਟਰ ਸਾਹਿਬ ਚੈੱਕਅਪ ਕਰਨਗੇ ਇਹਨਾਂ ਦਾ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਟਰੀਟਮੈਂਟ ਚੱਲਣਾ ਉਹ ਵੀ ਆਪ ਸੰਗਤਾਂ ਦੇ ਸਨਮੁਖ ਅਸੀਂ ਰੱਖਾਂਗੇ। ਸੋ ਬੇਨਤੀ ਇਹ ਕਰਦੇ ਹਾਂ ਕਿ ਆਪ ਜੀ ਵੱਧ ਤੋਂ ਵੱਧ ਇਸ ਪਰਿਵਾਰ ਦੀ, ਇਸ ਮਰੀਜ਼ ਦੀ, ਬੀਬੀ ਹਰਜਿੰਦਰ ਕੌਰ ਜੀ ਦੀ ਹੈਲਪ ਕਰੋ ਤਾਂ ਕਿ ਇਹ ਤੰਦਰੁਸਤ ਹੋ ਕੇ ਦੁਬਾਰਾ ਆਪਣਾ ਜਿਹੜਾ ਪਰਿਵਾਰ ਹੈ, ਘਰ ਪਰਿਵਾਰ ਉਹ ਚਲਾ ਸਕਣ। 2 ਬੇਟੀਆਂ ਦੀ ਸ਼ਾਦੀ, ਆਪਣੀ ਬੇਟੀਆਂ ਵੀ ਜਿਹੜੀਆਂ ਨੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਦੇ ਘਰ ਭੇਜ ਸਕਣ। ਫਿਰ ਇਹਨਾਂ ਦਾ ਬੇਟਾ ਹਾਲੇ ਪੜ੍ਹ ਰਿਹਾ। ਸੋ ਇਸ ਵਾਸਤੇ ਜਿਹੜਾ ਪਰਿਵਾਰ ਬਹੁਤ ਲੋੜਵੰਦ ਹੈ। ਦੇਖੋ ਜੀ, ਇਹ ਮਿਸਤਰੀ ਦੇ ਮਗਰ ਜਾਂਦੇ ਸੀ ਆਪਣੇ ਭੈਣ ਭਰਾਵਾਂ ਦੇ ਨਾਲ। ਉੱਥੋਂ ਇਹਨਾਂ ਨੂੰ ਇੱਦਾਂ ਵੀ ਪ੍ਰੋਬਲਮ ਜੀ ਥੋੜ੍ਹੀ ਜਿਹੀ ਲੱਗੀ ਸੀ, ਬਾਅਦ 'ਚ ਜ਼ਿਆਦਾ ਹੋ ਗਈ 20-25 ਦਿਨਾਂ 'ਚ। ਇਹ ਠੀਕ ਠਾਕ ਹੋ ਕੇ ਆਉਣੇ ਚਾਹੀਦੇ ਘਰ। ਜਿੰਨੀ ਵੀ ਇਹਨਾਂ ਦੀ ਹੋਵੇ ਸਹਾਇਤਾ ਤੁਸੀਂ ਕਰਨੀ। ਔਰ ਇੰਨਾ ਭਾਰਾ, ਇੰਨਾ ਹਾਰਡ ਕੰਮ ਕਰਨ ਕਰਕੇ ਇਹਨਾਂ ਨੂੰ ਇਹ ਪ੍ਰੋਬਲਮ ਆਈ ਹੈ। ਪਹਿਲਾਂ ਇਹਨਾਂ ਨੂੰ ਥੋੜ੍ਹੀ ਪ੍ਰੋਬਲਮ ਮਹਿਸੂਸ ਹੋਈ, ਪਰ ਜਿਵੇਂ ਗਰੀਬ ਬੰਦਾ ਇਗਨੋਰ ਕਰਦਾ ਹਰ ਗੱਲ ਨੂੰ ਵੀ ਚਲੋ ਹੁਣ ਵੇਖੀ ਜਾਵੇਗੀ, ਪਰਿਵਾਰ ਵੀ ਪਾਲਣਾ ਹੈ, ਤਾਂ ਫਿਰ ਇਹਨਾਂ ਦਾ ਜਿਹੜਾ ਇਹ ਕੰਮ ਹੈ ਜ਼ਿਆਦਾ ਵੱਧ ਗਿਆ ਅਤੇ ਇੱਥੋਂ ਤੱਕ ਜਿਹੜੀ ਇਹਨਾਂ ਦੀ ਪ੍ਰੋਬਲਮ ਜਿਹੜੀ ਉਹ ਆ ਗਈ। ਸੋ ਆਪ ਸੰਗਤਾਂ ਇਹ ਵੀ ਮਹਿਸੂਸ ਕਰ ਸਕਦੇ ਹੋ ਵੀ ਕਿਵੇਂ ਪਰਿਵਾਰ ਚਲਾਉਣ ਵਾਸਤੇ ਕਿਹੋ ਜਿਹਾ ਕੰਮ
ਕਰਨਾ ਪੈਂਦਾ ਹੈ। ਨਹੀਂ ਤੇ ਸਾਡੇ ਸਮਾਜ ਵਿੱਚ ਹੈ ਕਿ ਜ਼ਿਆਦਾਤਰ ਜਿਹੜੇ ਪੁਰਸ਼ ਨੇ ਉਹ ਬਾਹਰ ਇਹੋ ਜਿਹਾ ਕੰਮ ਕਰਦੇ ਨੇ, ਬੀਬੀਆਂ ਘਰ ਦੇ ਕੰਮ ਕਰਦੀਆਂ ਨੇ, ਬੱਚਿਆਂ ਨੂੰ ਸਾਂਭਣਾ, ਲੀੜੇ ਕੱਪੜੇ ਧੋਣੇ ਤੇ ਅਰਗ ਰੋਟੀ ਪਾਣੀ ਪਕਾਉਣਾ। ਪਰ ਮਜਬੂਰੀ ਵਸ ਬੀਬੀ ਹਰਜਿੰਦਰ ਕੌਰ ਨੂੰ ਇਹ ਵੀ ਕੰਮ ਕਰਨ ਦੇ ਨਾਲ ਨਾਲ ਬਾਹਰ ਜਿਹੜਾ ਕੰਮ ਮਿਸਤਰੀਆਂ ਦੇ ਮਗਰ ਜਾ ਕੇ ਇੱਟਾਂ ਢੋਣੀਆਂ ਇਤਿਆਦਿ, ਗਗਾਰਾ ਸੀਮੈਂਟ ਵਗੈਰਾ ਫੜਾਉਣਾ। ਤਾਂ ਇਸ ਕਰਕੇ ਇਹਨਾਂ ਨੂੰ ਇਹ ਪ੍ਰੋਬਲਮ ਆਈ ਹੈ। ਇਸ ਕਰਕੇ ਆਪ ਸੰਗਤਾਂ ਨੇ ਪਰਿਵਾਰ ਦੀ ਵੀ ਹਾਲਤ ਵੇਖ ਲਈ ਹੈ ਕਿ ਇਹੀ ਇੱਕ ਕਮਾਈ ਦਾ ਸਾਧਨ ਸਨ। ਜੋ ਵੀ ਆਪ ਸੰਗਤਾਂ ਹੋਰ ਵੀ ਸਹਿਯੋਗ ਇਸ ਪਰਿਵਾਰ ਲਈ ਕਰ ਸਕਦੇ ਹੋ, ਆਪ ਖੁਦ ਵੀ ਇਸ ਪਰਿਵਾਰ ਨੂੰ ਗੋਦ ਵੀ ਲੈਣਾ ਚਾਹੁੰਦੇ ਹੋ ਤੇ ਉਹ ਤੁਹਾਡੀ ਇੱਛਾ ਗੋਦ ਵੀ ਲੈ ਸਕਦੇ ਹੋ। ਸਿੱਧਾ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਤੇ ਜਿਹੜੀ ਇਲਾਜ ਦੀ ਹੈ ਇਹਨਾਂ ਦੀ, ਉਹ ਸੰਗਤ ਏਡ ਸੰਸਥਾ ਨੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਲਈ ਹੋਈ ਆਪ ਸੰਗਤਾਂ ਦੇ ਸਹਿਯੋਗ ਸਦਕਾ, ਉਹ ਵੀ ਵੱਧ ਤੋਂ ਵੱਧ ਆਪ ਜੀ ਹੈਲਪ ਕਰੋ ਤਾਂ ਕਿ ਇਹਨਾਂ ਦਾ ਜਿਹੜਾ ਇਲਾਜ ਉਹ ਵਧੀਆ ਹੋ ਸਕੇ, ਤੰਦਰੁਸਤ ਹੋ ਕੇ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਪਹਿਲਾਂ ਦੀ ਤਰ੍ਹਾਂ ਸਾਂਭ ਸਕਣ। ਸੰਗਤ ਏਡ ਮੈਡੀਕਲ ਫੰਡ ਦੀ ਸਮੂਹ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਅੱਜ ਅਸੀਂ ਬੀਬੀ ਹਰਜਿੰਦਰ ਕੌਰ ਜੀ, ਪਿੰਡ ਕਲੀਰ ਨੇੜੇ ਬਾਗੜੀਆਂ, ਜ਼ਿਲ੍ਹਾ ਤਰਨਤਾਰਨ, ਜਿਨ੍ਹਾਂ ਦੇ ਕਿ ਰੀੜ੍ਹ ਦੀ ਹੱਡੀ ਵਿੱਚ ਪ੍ਰੋਬਲਮ ਹੋਣ ਕਰਕੇ, ਮਣਕੇ ਵਗੈਰਾ ਫਿਸ ਜਾਣ ਕਰਕੇ ਲੈਟਰਿਨ ਬਾਥਰੂਮ ਦਾ ਬੰਨ ਪੈ ਗਿਆ ਸੀ, ਔਰ ਜਿਨ੍ਹਾਂ ਨੇ ਸੰਗਤ ਏਡ ਦੇ ਨਾਲ ਰਾਬਤਾ ਕੀਤਾ, ਜਿਨ੍ਹਾਂ ਦੇ ਘਰ ਦੀਆਂ ਜੋ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਤਸਵੀਰਾਂ ਵਗੈਰਾ ਵਿਖਾ ਚੁੱਕੇ ਹਾਂ, ਉਹਨਾਂ ਨੂੰ ਅੱਜ ਸੰਗਤ ਏਡ ਮੈਡੀਕਲ ਫੰਡ ਸੰਸਥਾ ਵੱਲੋਂ ਗੁਰੂ ਨਾਨਕ ਹਸਪੀਟਲ ਤਰਨਤਾਰਨ ਵਿਖੇ ਲਿਆਂਦਾ ਗਿਆ ਡਾਕਟਰੀ ਚੈੱਕਅਪ ਵਾਸਤੇ, ਔਰ ਉਹ ਲਾਈਨ ਵਿੱਚ ਹਨ, ਵੇਟਿੰਗ ਵਿੱਚ ਹਨ। ਹੁਣੇ ਹੀ ਉਹਨਾਂ ਦਾ ਡਾਕਟਰ ਰਾਘਵ ਵਧਵਾ ਜੀ ਚੈੱਕਅਪ ਕਰਨਗੇ, ਕਿਉਂਕਿ ਪਿਛਲੇ 20-22 ਦਿਨ ਤੋਂ ਇਹਨਾਂ ਨੂੰ ਬੀਬੀ ਜੀ ਨੂੰ ਇਹ ਪ੍ਰੋਬਲਮ ਹੈ। ਇਹਨਾਂ ਨੂੰ ਲੈਟਰਿਨ ਬਾਥਰੂਮ ਦਾ ਬੰਨ ਪਿਆ ਹੋਇਆ ਔਰ ਇਹਨਾਂ ਦੇ ਨਾਲੀ ਲੱਗੀ ਹੋਈ ਹੈ ਬਾਥਰੂਮ ਵਾਲੀ, ਔਰ ਇਹਨਾਂ ਦੀ MRI ਵਗੈਰਾ ਜਿਹੜਾ ਉਹ ਕਰਵਾ ਲਿਆ ਗਿਆ, ਔਰ ਉਹਦੀਆਂ ਰਿਪੋਰਟਾਂ ਜਿਹੜੀਆਂ ਉਹ ਡਾਕਟਰ ਸਾਹਿਬ ਨੂੰ ਵਿਖਾਈਆਂ ਜਾਣਗੀਆਂ। ਉਸ ਤੋਂ ਬਾਅਦ ਡਾਕਟਰ ਸਾਹਿਬ ਰਿਪੋਰਟਾਂ ਵੇਖਣ ਤੋਂ ਬਾਅਦ ਕੀ ਡਿਸੀਜਨ ਲੈਂਦੇ ਆ ਉਹ ਆਪ ਸੰਗਤਾਂ ਦੇ ਨਾਲ ਅਸੀਂ ਸ਼ੇਅਰ ਕਰਾਂਗੇ। ਠੀਕ ਹੈ। ऑपरेशन वगैरह वाले ही बोला, ऑपरेशन करना पैना, इन्होंने तो डिस्क बाहर निकलाया है। ठीक है, अगर देखने जाए तो L5S1 वाला डिस्क गिराना सारे बाहर निकला है, उन्हें काफ़ी ज़्यादा नाड़ा में दवाई देता है वो सेगमेंट देते हैं, और साढ़े को जगह ही नहीं बची है। ठीक है, सारा ब्लॉक हो गया है, फिर ਉਹਦਾ ਪੋਰਸ਼ਨ ਇੱਥੇ ਲਿਖੀ ਦਾ ਹੋਇਆ ਇਹਦੇ ਵਿੱਚ ਇਹ ਸਾਰਾ ਡਿਸਕ ਬਾਹਰ ਆਉਣ ਦੇ ਕਾਰਨ ਉਹਨੇ ਨਾੜਾਂ ਨੂੰ ਦਬਾਈ ਦਿੱਤਾ ਹੈ। ਸੋ ਨਾੜਾਂ ਨੂੰ ਦਬਣ ਤੋਂ ਬਾਅਦ ਜਿਸ ਤਰ੍ਹਾਂ ਤੁਹਾਡਾ ਤੁਸੀਂ ਭਾਰਾ ਕੰਮ ਕੀਤਾ ਕੁਝ ਵੀ, ਉਹਦੇ ਕਾਰਨ ਕੀ ਹੋਇਆ, ਤੁਹਾਡਾ ਜ਼ੋਰ ਪੈ ਗਿਆ ਪਿੱਠ ਤੇ ਜ਼ੋਰ ਪੈਣ ਦੇ ਕਾਰਨ ਮਣਕੇ ਦਬ ਗਏ, ਉਹਦੇ ਚੋਂ ਡਿਸਕ ਬਾਹਰ ਆਉਣ ਦੇ ਬਾਅਦ ਬਾਹਰ ਨਾੜਾਂ ਹੁੰਦੀਆਂ, ਨਾੜਾਂ ਨੂੰ ਦਬਾਤਾ ਉਹਨੇ, ਇਸ ਕਰਕੇ ਤੁਹਾਡੀ ਲੈਟਰਿਨ ਤੇ ਬਾਥਰੂਮ ਦੀ ਸੈਂਸੇਸ਼ਨ ਖਤਮ ਹੋ ਗਈ ਹੈ ਤੇ ਪਿਸ਼ਾਬ ਵਾਲੀ ਪਾਈਪ ਪਈ ਹੋਈ ਹੈ ਤੁਹਾਨੂੰ। ਸੋ ਪਹਿਲਾ ਤੇ ਹੱਲ, ਪਹਿਲਾ ਕੰਮ ਹੈਗਾ ਕਿ ਇਹਨੂੰ ਆਪਰੇਸ਼ਨ ਕੀਤਾ ਜਾਏ, ਆਪਰੇਸ਼ਨ ਕਰਕੇ ਡਿਸਕ ਕੱਢ ਦਾਂਗੇ। ਦੂਸਰੀ ਗੱਲ ਹੈ ਫਿਰ ਉਸ ਤੋਂ ਬਾਅਦ ਫਿਜ਼ੀਓਥੈਰੇਪੀ, ਫਿਰ ਟਾਈਮ ਨਾਲ ਹੌਲੀ ਫਿਰ ਸੈਂਸੇਸ਼ਨ ਇੰਪਰੂਵ ਹੋਣੀਆਂ। ਤਾਂ ਡਾਕਟਰ ਸਾਹਿਬ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਪ੍ਰੋਬਲਮ ਹੈ, ਕੀ ਇਹਦਾ ਟ੍ਰੀਟਮੈਂਟ ਹੈ ਔਰ ਕੀ ਇਹਦਾ ਰਿਜ਼ਲਟ ਹੈ। ਸਭ ਤੋਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਿਊਰੋ ਸਰਜਨ ਡਾਕਟਰ ਰਾਘਵ ਵਧਵਾ, ਮੈਂ ਇਹਨਾਂ ਦਾ ਹਰਜਿੰਦਰ ਕੌਰ ਜੀ ਦਾ ਇਲਾਜ ਕਰ ਰਿਹਾ ਜੀ। ਅੱਜ ਸਾਡੇ ਕੋਲ ਇਹਨਾਂ ਦਾ MRI ਆਇਆ ਤੇ ਅਸੀਂ MRI 'ਚ ਦੇਖਿਆ ਤੇ ਇਹਦੇ ਵਿੱਚ ਸਾਨੂੰ ਡਿਸਕ ਦੀ ਪ੍ਰੋਬਲਮ ਨਜ਼ਰ ਆਈ ਹੈ ਤੇ ਚੌਥੇ ਤੇ ਪੰਜਵੇਂ ਮਣਕੇ ਦੇ ਵਿੱਚ ਜਿਹੜਾ ਡਿਸਕ ਹੈ ਇਹਨਾਂ ਦਾ ਉਹ ਬਾਹਰ ਆ ਗਿਆ ਤੇ ਉਹਨੇ ਐਕਸਕਲੂਡ ਕਰਕੇ ਬਾਹਰ ਆ ਕੇ ਨਾੜਾਂ ਨੂੰ ਦਬਾ ਲਿਆ। ਹੁਣ ਉਹ ਨਾੜਾਂ ਦਬਣ ਦੇ ਕਾਰਨ ਇਹਨਾਂ ਦੀਆਂ
ਨੀਚਲੀਆਂ ਸੈਂਸੇਸ਼ਨਸ ਲੈਟਰਿਨ ਬਾਥਰੂਮ ਦੀਆਂ ਦੇ ਪੈਰ ਉਹ ਸੁੰਨ ਨੇ ਤੇ ਉਹ ਇਹਨਾਂ ਕੋਲੋਂ ਮਹਿਸੂਸ ਨਹੀਂ ਹੋ ਰਿਹਾ। ਤੇ ਇਹਦੇ ਵਾਸਤੇ ਅਗਰ ਇਹਨੂੰ ਠੀਕ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇਹਦਾ ਆਪਰੇਸ਼ਨ ਕਰਨਾ ਪਏਗਾ ਤੇ ਉਹ ਡਿਸਕ ਨੂੰ ਪੂਰਾ ਕੱਢ ਕੇ ਤੇ ਸਾਨੂੰ ਇਹਨਾਂ ਦਾ ਸਕਰੂ ਰੋਡ ਪਾ ਕੇ ਇੱਕ ਨਵਾਂ ਡਿਸਕ ਅੰਦਰ ਪਾਉਣਾ ਪਏਗਾ ਜਿਹੜਾ ਨਾੜਾਂ ਨੂੰ ਦਬਾਏਗਾ ਨਹੀਂ। ਤੇ ਸਾਨੂੰ ਉਹਨੂੰ ਅਰਜੈਂਟ ਬੇਸਿਸ ਤੇ ਹੀ ਕਰਨਾ ਚਾਹੀਦਾ। ਜਿੰਨੀ ਜਲਦੀ ਅਸੀਂ ਕਰ ਦਾਂਗੇ ਉਨੀ ਜਲਦੀ ਇਹਨਾਂ ਦੀ ਸੈਂਸੇਸ਼ਨਸ ਵਾਪਸ ਆ ਸਕਦੀਆਂ ਹੈ। ਹਾਲਾਂਕਿ ਆਪਰੇਸ਼ਨ ਤੋਂ ਬਾਅਦ ਵੀ ਇਹਨਾਂ ਨੂੰ 6-7 ਮਹੀਨੇ 8 ਮਹੀਨੇ ਲੱਗ ਜਾਂਦੇ ਆ ਕਿ ਇਹਨਾਂ ਦੀ ਸੈਂਸੇਸ਼ਨ ਉਸ ਵਾਪਸ ਆਏ, ਬਟ ਫਿਰ ਵੀ ਸਾਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਆਪਰੇਸ਼ਨ ਕਰ ਦੇਣਾ ਚਾਹੀਦਾ ਹੈ। ਸੋ ਸਾਧ ਸੰਗਤ ਜੀ, ਆਪ ਜੀ ਨੇ ਸੁਣੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਆਪਰੇਸ਼ਨ ਹੀ ਇੱਕ ਹੱਲ ਹੈ, ਔਰ ਆਪਰੇਸ਼ਨ ਨੂੰ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਇਹ ਮਤਲਬ ਕਿ ਇਸ ਪ੍ਰੋਬਲਮ ਤੋਂ ਬਾਹਰ ਆ ਸਕਦੇ ਨੇ। ਜੇ ਅੱਜ ਆਪਰੇਸ਼ਨ ਹੁੰਦਾ ਤਾਂ 6 ਮਹੀਨੇ ਇਹਨਾਂ ਨੂੰ ਲੱਗ ਸਕਦੇ ਨੇ। ਜਿੰਨਾ ਲੇਟ ਹੁੰਦਾ ਜਾਏਗਾ ਉਨੀ ਹੀ ਜਿਹੜਾ ਇਹਨਾਂ ਦਾ ਦੁੱਖ ਹੈ ਉਹ ਠੀਕ ਹੋਣ ਦਾ ਸਮਾਂ ਵੱਧਦਾ ਜਾਏਗਾ। ਸੋ ਡਾਕਟਰ ਸਾਹਿਬ, ਇਹ ਜੇ ਆਪਰੇਸ਼ਨ ਇਹਨਾਂ ਦਾ ਆਪਾਂ ਹੁਣ ਕਰਦੇ ਹਾਂ ਜਿਵੇਂ ਤੁਸੀਂ ਦੱਸਿਆ, ਤੇ ਕਿੰਨੇ ਚਿਰ ਦਾ ਸਮਾਂ ਇਹਨਾਂ ਨੂੰ ਠੀਕ ਹੋਣ 'ਚ ਲੱਗ ਸਕਦਾ ਹੈ? 6 ਮਹੀਨੇ ਜਾਂ 2 ਮਹੀਨੇ ਜਾਂ ਕਿੰਨਾ? ਤੁਸੀਂ ਕਹਿ ਸਕਦੇ ਹੋ ਜੀ ਘੱਟ ਤੋਂ ਘੱਟ 6 ਮਹੀਨੇ, ਜ਼ਿਆਦਾ ਤੋਂ ਜ਼ਿਆਦਾ ਸਾਲ ਲੱਗ ਜਾਏਗਾ ਜੀ ਇਹਨਾਂ ਨੂੰ ਠੀਕ ਹੋਣ ਦੇ ਵਿੱਚ, ਕਿਉਂਕਿ ਜਿਹੜੀ ਦਬਾਅ ਹੈਗਾ ਉਹ ਕਾਫੀ ਚਿਰ ਦਾ ਹੋ ਗਿਆ। ਦਬਾਅ ਨੂੰ ਅਪਰੋਕਸੀਮੇਟਲੀ ਮਹੀਨਾ ਹੋ ਗਿਆ ਜਿਹੜਾ ਡਿਸਕ ਨੇ ਨਾੜਾਂ 'ਤੇ ਪਾ ਦਿੱਤਾ ਅਤੇ ਨਾੜਾਂ ਨੇ ਆਪਣਾ ਕੰਮ ਕਰਨਾ ਛੱਡ ਦਿੱਤਾ। ਹੁਣ ਅਗਰ ਅਸੀਂ ਦਬਾਅ ਚੁੱਕਦੇ ਵੀ ਹਾਂ, ਦਬਾਅ ਚੁੱਕ ਕੇ ਇਹਨਾਂ ਦਾ ਆਪਰੇਸ਼ਨ ਕਰਕੇ ਇਹਨਾਂ ਦਾ ਹੱਲ ਕਰਦੇ ਹਾਂ, ਅਤੇ ਲੇਕਿਨ ਨਾੜਾਂ ਦਾ ਸਰਕਲ ਚੱਲਣ ਦੇ ਵਿੱਚ, ਕਰੰਟ ਆਉਣ ਦੇ ਵਿੱਚ ਟਾਈਮ ਲੱਗ ਜਾਂਦਾ। ਇਸ ਕਰਕੇ ਮਰੀਜ਼ ਹੌਲੀ ਹੌਲੀ ਫਿਜ਼ੀਓਥੈਰੇਪੀ ਐਕਸਰਸਾਈਜ਼ ਸਿਖਾਵਾਂਗੇ ਇਹਨਾਂ ਨੂੰ ਕਿਵੇਂ ਕਰਨੀ ਹੈ। ਉਸ ਤੋਂ ਬਾਅਦ ਇਹਨਾਂ ਦਾ ਕਰੰਟ ਵਾਪਸ ਆਏਗਾ ਅਤੇ ਉਹਨੂੰ 6 ਮਹੀਨੇ ਤੋਂ 1 ਸਾਲ ਦਾ ਟਾਈਮ ਲੱਗ ਜਾਂਦਾ ਜੀ ਨਾਰਮਲ ਹੋਣ ਦੇ ਵਿੱਚ। ਆਪਰੇਸ਼ਨ ਦਾ ਜਿਹੜਾ ਅਪਰੋਕਸੀਮੇਟ ਖਰਚਾ ਹੈ 2 ਤੋਂ 2.5 ਲੱਖ ਰੁਪਏ ਆਉਂਦਾ ਹੈ, ਕਿਉਂਕਿ ਅਸੀਂ ਇਹਦੇ ਵਿੱਚ ਇਹਨਾਂ ਦਾ ਓਰੀਜਨਲ ਜਿਹੜਾ ਡਿਸਕ ਬਾਹਰ ਆ ਗਿਆ ਉਹਨੂੰ ਕੱਢਣਾ ਹੈ, ਅਤੇ ਇਹਦੇ ਵਿੱਚ ਫਿਰ ਇਹਨਾਂ ਦਾ ਆਰਟੀਫਿਸ਼ੀਅਲ ਡਿਸਕ ਪਾਉਣਾ ਅਤੇ ਉਹਨੂੰ ਸਕਰੂ ਅਤੇ ਰੋਡ ਮਣਕਿਆਂ 'ਚ ਪਾ ਕੇ ਉਹਨੂੰ ਫਿਕਸ ਕਰਨਾ ਹੈ ਤਾਂ ਕਿ ਇਹਨਾਂ ਦੀ ਜ਼ਿੰਦਗੀ ਸੌਖੀ ਹੋ ਸਕੇ, ਇਹ ਤੁਰ ਫਿਰ ਸਕਣ। ਇਸ ਕਰਕੇ ਆਪਰੇਸ਼ਨ ਮਹਿੰਗਾ ਹੁੰਦਾ ਜੀ, ਅਤੇ ਉਹਨੂੰ 2 ਤੋਂ 2.5 ਲੱਖ ਰੁਪਏ ਖਰਚਾ ਲੱਗ ਜਾਂਦਾ। ਸੰਗਤ ਏਡ ਮੈਡੀਕਲ ਫੰਡ ਦੀ ਸਮੂਹ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਅੱਜ ਅਸੀਂ ਆਪ ਜੀ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਬੀਬੀ ਹਰਜਿੰਦਰ ਕੌਰ ਨਿਵਾਸੀ ਪਿੰਡ ਕਲੀਅਰ, ਜ਼ਿਲ੍ਹਾ ਤਰਨਤਾਰਨ, ਜਿਨ੍ਹਾਂ ਦੇ ਲੱਕ ਦੇ ਮਣਕੇ ਜਿਹੜੇ ਔਰ ਨਾੜਾ ਪ੍ਰੈਸ ਹੋਣ ਕਰਕੇ ਜਿਨ੍ਹਾਂ ਨੂੰ ਲੈਟਰਨ ਬਾਥਰੂਮ ਦਾ ਬੰਨ ਪੈ ਚੁੱਕਾ ਸੀਗਾ, ਔਰ ਜੋ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਿਤ ਸਨ, ਔਰ ਜਿਨ੍ਹਾਂ ਨੂੰ ਇਲਾਜ ਦੀ ਸਖਤ ਜ਼ਰੂਰਤ ਸੀ। ਜੇ ਇਲਾਜ ਨਾ ਹੁੰਦਾ ਔਰ ਉਹਨਾਂ ਦੀ ਜਾਨ ਵੀ ਜਾ ਸਕਦੀ ਸੀਗੀ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਏਡ ਮੈਡੀਕਲ ਸੰਸਥਾ ਨੇ ਬੀਬੀ ਹਰਜਿੰਦਰ ਕੌਰ ਜੀ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਸੀ। ਸੋ ਬੀਬੀ ਹਰਜਿੰਦਰ ਕੌਰ ਜੀ ਦਾ ਆਪਰੇਸ਼ਨ ਹੋਇਆ। ਆਪਰੇਸ਼ਨ ਤੋਂ ਬਾਅਦ 4-5 ਦਿਨ 6 ਦਿਨ ਤੋਂ ਹਸਪੀਟਲ ਦੇ ਵਿੱਚ ਉਹ ਐਡਮਿਟ ਸਨ, ਔਰ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਉਹਨਾਂ ਨੂੰ ਛੁੱਟੀ ਮਿਲ ਰਹੀ ਹੈ। ਉਹ ਠੀਕ ਹੋ ਕੇ ਆਪਣੇ ਘਰ ਜਾ ਰਹੇ ਨੇ ਵਾਪਸ। ਸੋ ਮੈਂ ਬੇਨਤੀ ਕਰਦੇ ਹਾਂ ਕਿ ਜਿਹੜੀ ਬੀਬੀ ਹਰਜਿੰਦਰ ਕੌਰ ਦੀ ਅੱਜ ਦੀ ਕੰਡੀਸ਼ਨ ਹੈ, ਜਿਵੇਂ ਅਸੀਂ ਕੱਲ੍ਹ ਵੀ ਆਏ ਸਾਂ, ਪਤਾ ਲੈਣ ਆਏ ਸਾਂ, ਬਾਥਰੂਮ ਦੀ ਤਾਂ ਹਾਲੇ ਇਹਨਾਂ ਨੂੰ ਨਾਲੀ ਲੱਗੀ ਹੋਈ ਹੈ, ਔਰ ਜਿਹੜੀ ਲੈਟਰਨ ਹੈ ਉਹ ਵੀ ਇਹਨਾਂ ਨੂੰ ਆ ਰਹੀ ਹੈ। ਇਹਨਾਂ ਦਾ ਆਪ ਦਾ ਦੱਸਣਾ ਸੀ ਕਿ ਹੁਣ ਲੈਟਰਨ ਜਿਹੜੀ ਹੈ ਉਹਨਾਂ ਨੂੰ ਠੀਕ ਤਰੀਕੇ ਨਾਲ ਆ ਰਹੀ ਹੈ। ਔਰ ਇਹ ਤੁਸੀਂ ਦੇਖ ਰਹੇ ਹੋ ਬੀਬੀ ਹਰਜਿੰਦਰ ਕੌਰ ਜੀ ਜੋ ਕਿ ਬੈੱਡ ਰੈਸਟ 'ਤੇ ਨੇ, ਔਰ ਹੁਣ ਕੁਝ ਕੁ ਸਮੇਂ ਬਾਅਦ ਇਹਨਾਂ ਨੂੰ ਇੱਥੋਂ ਹਸਪੀਟਲ ਤੋਂ ਛੁੱਟੀ ਦਿੱਤੀ ਜਾਵੇਗੀ, ਆਪਣੇ ਘਰ ਜਾਣਗੇ। ਸੋ ਬੀਬੀ ਹਰਜਿੰਦਰ ਕੌਰ ਦਾ ਜਿਹੜਾ ਆਪਰੇਸ਼ਨ ਹੈ ਉਹ ਸਫਲ ਵੀ ਰਿਹਾ ਹੈ, ਔਰ ਆਪ ਸੰਗਤਾਂ ਦੇ ਸਹਿਯੋਗ ਨਾਲ ਹੋ ਸਕਿਆ। ਮੈਂ ਇੱਥੇ ਇਹ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹ ਰਿਹਾ ਹਾਂ ਕਿ ਜੇ ਆਪ ਸੰਗਤਾਂ ਇਹ ਸਹਿਯੋਗ ਨਾ ਕਰਦੇ ਜਾਂ ਸੰਗਤ ਏਡ ਸੰਸਥਾ ਇਹਨਾਂ ਦੀ ਜ਼ਿੰਮੇਵਾਰੀ ਨਾ ਲੈਂਦੀ ਤਾਂ ਇਹ ਇਲਾਜ ਇਹਨਾਂ ਦਾ ਨਹੀਂ ਸੀ ਹੋ ਸਕਦਾ, ਜਾਨ ਵੀ ਜਾ ਸਕਦੀ ਸੀ ਇਹਨਾਂ ਦੀ। ਤੋ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਅੱਜ ਇੱਕ ਜੀ ਜਿਹੜਾ ਹੈ, ਕਿਉਂਕਿ ਇਹਨਾਂ ਦੇ ਪਤੀ ਜਿਹੜੇ ਨੇ, ਇਹਨਾਂ ਦੇ ਹਸਬੈਂਡ ਜਿਹੜੇ ਨੇ, ਉਹਨਾਂ ਦੀ ਪਹਿਲਾਂ ਡੈਥ ਹੋ ਚੁੱਕੀ ਸੀ। ਜਿਵੇਂ ਕਿ ਪਹਿਲਾਂ ਵੀ ਅਸੀਂ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿ ਇਹੀ
ਘਰ ਚਲਾ ਰਹੇ ਸਨ। ਇਹਨਾਂ ਦੇ 4 ਬੱਚੇ ਨੇ, 3 ਬੇਟੀਆਂ 1 ਬੇਟਾ। 1 ਬੇਟੀ ਦੀ ਮੈਰਿਜ ਹੋਈ ਹੈ, 2 ਬੇਟੀਆਂ ਵਿਆਹੁਣ ਵਾਲੀਆਂ ਨੇ, ਜਵਾਨ ਨੇ, ਔਰ 1 ਬੇਟਾ 12 ਕੁ ਸਾਲ ਦਾ। ਉਹਨਾਂ ਬੱਚਿਆਂ ਦੇ ਕੋਲ ਉਹਨਾਂ ਦੀ ਮਾਤਾ ਜੋ ਕਿ ਕਮਾਈ ਕਰਕੇ ਉਹਨਾਂ ਨੂੰ ਖਿਲਾਉਂਦੀ ਸੀ, ਪਾਲਦੀ ਸੀ, ਉਹ ਅੱਜ ਠੀਕ ਹੋ ਕੇ ਵਾਪਸ ਜਾ ਰਹੀ ਹੈ। ਔਰ ਇਸ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਆਪ ਸੰਗਤਾਂ ਦਾ ਧੰਨਵਾਦ ਵੀ ਇਹ ਪਰਿਵਾਰ ਕਰ ਰਿਹਾ। ਸੋ ਬੜੀ ਵੱਡੀ ਗੱਲ ਹੁੰਦੀ ਹੈ, ਇੱਕ ਐਸਾ ਗਰੀਬ ਪਰਿਵਾਰ ਜਿਹਨੂੰ ਇਲਾਜ ਦੀ ਆਸ ਨਹੀਂ ਸੀਗੀ, ਜਿਹਨੂੰ ਕਿਸੇ ਪ੍ਰਕਾਰ ਦੇ ਟ੍ਰੀਟਮੈਂਟ ਦੀ ਆਸ ਨਹੀਂ ਸੀਗੀ, ਉਹ ਅੱਜ ਇਲਾਜ ਕਰਵਾ ਰਿਹਾ ਹੈ ਔਰ ਇਲਾਜ ਕਰਵਾ ਕੇ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਹੈ। ਮੈਂ ਸਾਰੀ ਜਾਣਕਾਰੀ ਇਸ ਲਈ ਦੇ ਰਿਹਾ ਕਿ ਵਾਕਿਆ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ। ਜਿਹਨੂੰ ਕੋਈ ਆਸ ਹੀ ਨਾ ਹੋਵੇ, ਅੱਜ ਉਹ ਤੰਦਰੁਸਤ ਹੋ ਕੇ ਇੱਕ ਵਧੀਆ ਹਸਪੀਟਲ ਦੇ ਵਿੱਚ, ਸੁਪਰ ਸਪੈਸ਼ਲਿਸਟ ਹਸਪੀਟਲ ਹੈ ਜਿਹੜਾ, ਉਹਦੇ ਵਿੱਚੋਂ ਇਲਾਜ ਹੋਇਆ, ਆਪ ਸੰਗਤਾਂ ਦੇ ਸਹਿਯੋਗ ਨਾਲ ਹੋਇਆ। ਤੁਸੀਂ ਵੇਖ ਰਹੇ ਹੋ ਬੀਬੀ ਹਰਜਿੰਦਰ ਕੌਰ ਜੀ। ਔਰ ਆਓ ਸਭ ਤੋਂ ਪਹਿਲਾਂ ਆਪਾਂ ਬੀਬੀ ਹਰਜਿੰਦਰ ਕੌਰ ਜੀ ਦੇ ਨਾਲ ਕੁਝ ਗੱਲਬਾਤ ਕਰਦੇ ਹਾਂ, ਆਪ ਸੰਗਤਾਂ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਕਰਾਉਂਦੇ ਹਾਂ। ਸਭ ਤੋਂ ਪਹਿਲਾਂ ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਤੁਹਾਨੂੰ ਸਾਰੀ ਸੰਗਤ ਜਿਹੜੀ ਹੈ, ਸੰਗਤ ਏਡ ਦੀ ਸੰਗਤ ਵੇਖ ਰਹੀ ਹੈ, ਸੁਣ ਵੀ ਰਹੀ ਹੈ। ਸੋ ਤੁਹਾਡਾ ਟ੍ਰੀਟਮੈਂਟ ਹੋਇਆ ਬੜੇ ਵਧੀਆ ਤਰੀਕੇ ਦੇ ਨਾਲ। ਤੁਸੀਂ ਆਪਣੀ ਜ਼ੁਬਾਨ ਰਾਹੀਂ ਜ਼ੁਬਾਨੀ ਦੱਸੋ ਸੰਗਤਾਂ ਨੂੰ ਕਿ ਹੁਣ ਤੁਸੀਂ ਕਿਸ ਤਰ੍ਹਾਂ, ਤੁਹਾਡੀ ਸਿਹਤ ਕਿਸ ਤਰ੍ਹਾਂ ਹੈ। ਤੁਹਾਡਾ ਆਪਰੇਸ਼ਨ ਹੋ ਚੁੱਕਾ ਹੈ, ਅੱਜ ਤੁਹਾਨੂੰ ਛੁੱਟੀ ਦਿੱਤੀ ਜਾ ਰਹੀ, ਤੁਸੀਂ ਆਪਣੇ ਘਰ ਜਾ ਰਹੇ ਹੋ। ਸੰਗਤਾਂ ਦੇ ਨਾਲ 2 ਬਚਨ ਜਿਹੜੇ ਉਹ ਸਾਂਝੇ। ਹਾਂਜੀ, ਮੈਂ ਅੱਗੇ ਨਾਲੋਂ ਬਿਲਕੁਲ ਠੀਕ ਹਾਂ, ਵੀ ਮੈਨੂੰ ਕੋਈ ਦਰਦ ਨਹੀਂ ਮਹਿਸੂਸ ਨਹੀਂ ਹੁੰਦਾ। ਮੈਂ ਸਭ ਬਿਲਕੁਲ ਵਧੀਆ ਠੀਕ ਠਾਕ ਹੋਵੇ। ਸੋ ਦੱਸ ਰਹੇ ਨੇ ਕਿ ਹੁਣ ਮੈਨੂੰ ਕੋਈ ਦਰਦ ਨਹੀਂ, ਕਿਉਂਕਿ ਜਦੋਂ ਪਹਿਲਾਂ ਆਏ ਸੀ ਇਹਨਾਂ ਨੂੰ ਦਰਦ ਵੀ ਸੀ, ਕਿਉਂਕਿ ਲੈਟਰਨ ਬਾਥਰੂਮ ਦਾ ਬੰਨ ਸੀ, ਉਹਦੇ ਕਰਕੇ ਦਰਦ ਵੀ ਸੀਗੀ। ਔਰ ਫਿਰ ਲੱਤਾਂ ਵੀ ਜਿਹੜੀਆਂ ਨੇ ਵੀਕਨੈਸ ਸੀ ਉਹਨਾਂ ਦੇ ਵਿੱਚ, ਹੋਰ ਵੀ ਪਰੇਸ਼ਾਨੀਆਂ, ਉਹਦੇ ਤੋਂ ਬਿਲਕੁਲ ਠੀਕ ਨੇ। ਔਰ ਬੀਬੀ ਹਰਜਿੰਦਰ ਕੌਰ ਜਿਹੜੇ ਨੇ ਉਹ ਹੁਣ ਘਰ ਜਾ ਰਹੇ ਨੇ, ਰਾਹਤ ਮਹਿਸੂਸ ਕਰ ਰਹੇ ਨੇ। ਸਤਿਗੁਰੂ ਗਰੀਬ ਨਵਾਜ ਜੀ ਕਿਰਪਾ ਕਰਨ ਅਤੇ ਇਹਨਾਂ ਨੂੰ ਛੇਤੀ ਸਿਹਤਯਾਬ ਕਰਨ, ਆਪਣੇ ਪਰਿਵਾਰ ਦੇ ਵਿੱਚ ਹੀ ਖੁਸ਼ੀ ਖੁਸ਼ੀ ਜਾਣ, ਆਪਣੀ ਕਮਾਈ ਕਰਨ, ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਫੇਰ ਸਾਂਭਣ। ਮੈਂ ਵੀ ਨਾਲ ਥੋੜ੍ਹੀ ਜਿਹੀ ਜਾਣਕਾਰੀ ਜਿਹੜੀ ਆ ਐਡ ਕਰ ਦੇਣੀ ਚਾਹੁੰਦਾ ਹਾਂ ਕਿ ਬੀਬੀ ਹਰਜਿੰਦਰ ਕੌਰ ਜੀ ਜੋ ਕਿ ਅੱਜ ਆਪਣੇ ਘਰ ਜਾ ਰਹੇ ਨੇ, ਪਰ ਇਹਨਾਂ ਦਾ ਟ੍ਰੀਟਮੈਂਟ ਹਾਲੇ ਲੰਮਾ ਚੱਲਣਾ, ਕਿਉਂਕਿ ਜਿਹੜੀ ਮੈਡੀਸਨ ਹੈ ਜਿੰਨਾ ਚਿਰ ਇਹ ਬਿਲਕੁਲ ਤੰਦਰੁਸਤ ਨਹੀਂ ਹੋ ਜਾਂਦੀ, ਹਾਲੇ ਇਹਨਾਂ ਦੇ ਜਿਹੜੇ ਆਪਰੇਟ ਹੋਇਆ ਉਹਦੇ ਟਾਂਕੇ ਵਗੈਰਾ ਵੀ ਖੁੱਲ੍ਹਣੇ ਨੇ, ਮੈਡੀਸਨ ਵੀ ਚੱਲਣੀ ਹੈ, ਜਿਹੜੀ ਅੰਦਰ ਦੀ ਇਨਫੈਕਸ਼ਨ ਹੈ ਉਹ ਤਾਂ ਹੌਲੀ ਹੌਲੀ ਰਿਕਵਰ ਹੋਣੀ ਹੈ। ਤੋ ਦਵਾਈ ਜੋ ਹੈ ਉਹ ਘਰੋਂ ਚੱਲੇਗੀ ਹਾਲੇ ਕਾਫੀ। ਹੋਰ ਵੀ ਸੰਯੋਗ ਜਿਹੜਾ, ਕਿਉਂਕਿ ਹੁਣ ਪਰਿਵਾਰ ਜਿੱਦਾਂ ਦੀ ਹਾਲਤ ਹੈ, ਅੱਜ ਇਹਨਾਂ ਨੂੰ ਛੁੱਟੀ ਮਿਲ ਰਹੀ ਹੈ, ਤੋ ਇਹਨਾਂ ਨੂੰ ਘਰ ਜਾਣ ਦਾ ਜਿਹੜਾ ਸਾਧਨ ਹੈ ਇਹਨਾਂ ਦਾ, ਉਹ ਵੀ ਸੰਗਤ ਏਡ ਵੱਲੋਂ ਕਰਕੇ ਦਿੱਤਾ ਜਾਵੇਗਾ। ਇਹਨਾਂ ਦਾ ਮਤਲਬ ਕਿ ਐਂਬੂਲੈਂਸ ਰਾਹੀਂ ਇਹਨਾਂ ਨੂੰ ਘਰ ਭੇਜਿਆ ਜਾਵੇਗਾ। ਜੇ ਨਾਰਮਲ ਪੋਜੀਸ਼ਨ ਵਿੱਚ ਹਲੇ ਨਹੀਂ ਆਉਂਦੇ, ਜਦੋਂ ਇਹਨਾਂ ਨੂੰ ਡਾਕਟਰੀ ਚੈੱਕਅਪ ਵਾਸਤੇ ਬੁਲਾਇਆ ਜਾਂਦਾ, ਉਦੋਂ ਵੀ ਕੋਈ ਸਾਧਨ ਜਦੋਂ ਜੇ ਉਹ ਵੀ ਸੰਗਤ ਏਡ ਹੀ ਹੋ ਸਕਦਾ ਉਹਨੂੰ ਕਰਕੇ ਦੇਣਾ ਪਵੇ, ਕਿਉਂਕਿ ਜਿਵੇਂ ਆਪ ਜੀ ਨੂੰ ਅਸੀਂ ਵਿਖਾਇਆ ਸੀ, ਇਹਨਾਂ ਦੇ ਘਰ ਦੀ ਪੋਜੀਸ਼ਨ ਕਾਫੀ ਜ਼ਿਆਦਾ ਡਾਊਨ ਹੈ। ਤੋ ਪ੍ਰਸ਼ਾਦੇ ਪਾਣੀ ਜੋਗੀ ਵੀ ਜਿਹੜੀ ਇਹਨਾਂ ਦੀ ਗੁੰਜਾਇਸ਼ ਨਹੀਂ ਹੈ। ਚਲੋ ਰਲ ਮਿਲ ਕੇ ਪਰਿਵਾਰ ਸਾਰਿਆ ਸਾਡੇ ਨਾਲ, ਹਰਜਿੰਦਰ ਕੌਰ ਜੀ ਦੇ ਸੱਸ ਨੇ, ਮਾਤਾ ਜੀ ਦੇ ਨਾਲ ਆਪਾਂ ਕੁਝ ਗੱਲਬਾਤ ਜੀ ਕਰਨ ਦਾ ਯਤਨ ਕਰਦੇ ਹਾਂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਸੰਗਤ ਆਪ ਜੀ ਨੂੰ ਸੁਣ ਰਹੀ ਹੈ, ਸੰਗਤਾਂ ਦੇ ਸਹਿਯੋਗ ਨਾਲ ਹੀ ਤੁਹਾਡੀ ਨੂੰ ਬੀਬੀ ਹਰਜਿੰਦਰ ਕੌਰ ਦਾ ਇਹ ਇਲਾਜ ਹੋਇਆ, ਅੱਜ ਛੁੱਟੀ ਮਿਲ ਰਹੀ, ਅੱਜ ਘਰ ਜਾ ਰਹੇ ਨੇ। ਸੰਗਤ ਨੂੰ ਕੁਝ ਕਹਿਣਾ ਚਾਹੋਗੇ? ਬਹੁਤ ਮਿਹਰਬਾਨੀ ਕੀਤੀ, ਰਲ ਮਿਲ ਕੇ ਸੰਗਤ ਨੇ ਸਾਡੇ ਨਾਲ ਬਹੁਤ ਕੁਰਬਾਨੀ ਕੀਤੀ ਹੈ, ਇਹ ਮੈਂ ਦੇਣ ਨੂੰ ਦੇ ਨਹੀਂ ਸਕਦੀ। ਚਲੋ ਭਾਵੁਕ ਨਾ ਹੋਵੇ ਕੋਈ। ਸੋ ਸਾਧ ਸੰਗਤ ਜੀ, ਮਾਤਾ ਜੀ ਭਾਵੁਕ ਹੋ ਰਹੇ ਨੇ, ਕਿਉਂਕਿ ਇਹ ਵੀ ਇੱਕ ਗੱਲ ਹੈ ਕਿ ਜਦੋਂ ਕਿਤਿਓਂ ਆਸ ਨਾ ਹੋਵੇ ਤਾਂ ਅਚਾਨਕ ਰੱਬ ਦੇ ਰੂਪ ਵਿੱਚ, ਰੱਬ ਦਾ ਰੂਪ ਧਾਰ ਕੇ ਸੰਗਤ ਜਦੋਂ ਬਾਂਹ ਫੜਦੀ ਹੈ, ਇਮੋਸ਼ਨਲ ਸਮਾਂ ਹੁੰਦਾ ਹੈ। ਔਰ ਮਾਤਾ ਜੀ ਇਮੋਸ਼ਨਲ ਵੀ ਹੋ ਰਹੇ ਨੇ, ਕਿਉਂਕਿ ਇਹ ਵਾਕ ਕਹਿਣੇ ਬੜੇ ਔਖੇ ਹੁੰਦੇ ਨੇ, ਧੰਨਵਾਦ ਕਰਨਾ ਵੀ ਬੜਾ ਔਖਾ ਹੁੰਦਾ ਹੈ। ਅਥਰੂ ਜਿਹੜੇ ਨੇ ਉਹ ਮਨੁੱਖ ਨੂੰ 2 ਕਾਰਨਾਂ ਕਰਕੇ ਆਉਂਦੇ ਨੇ, ਜਾਂ ਤਾਂ ਜਦੋਂ ਮਨੁੱਖ ਬਹੁਤ ਜ਼ਿਆਦਾ ਟੈਨਸ਼ਨ ਵਿੱਚ, ਗਮੀ ਵਿੱਚ, ਚਿੰਤਾ ਵਿੱਚ ਹੁੰਦਾ ਹੈ, ਅਤੇ ਜਾਂ ਫਿਰ ਜਦੋਂ ਬਹੁਤ ਜ਼ਿਆਦਾ ਖੁਸ਼ੀ ਵਿੱਚ ਹੁੰਦਾ ਹੈ। ਸਾਧ ਸੰਗਤ ਜੀ, ਬਹੁਤ ਮਿਹਰਬਾਨੀ ਕਿ ਆਪਣੇ ਘਰ ਜਾ ਰਹੇ ਹਾਂ। ਤੁਹਾਡੇ ਪਹਿਲਾਂ ਪਿੱਛੇ ਜੋ ਕੁਝ ਕੀਤਾ ਬਹੁਤ ਵਧੀਆ ਕੀਤਾ, ਅਤੇ ਗਾਂ ਵਾਸਤੇ ਵੀ ਸਾਡਾ ਸੋਚਣਾ ਗਰੀਬਾਂ ਦਾ ਜਿੰਨਾ ਵੀ ਸੋਚਿਆ ਜਾਵੇ ਇਹਦੇ ਬੱਚਿਆਂ ਦਾ। ਸੋ ਮਾਤਾ ਜੀ, ਇਹ ਮੈਨੂੰ ਇਹ ਦੱਸੋ ਵੀ ਇਹ ਬੀਬੀ ਹਰਜਿੰਦਰ ਕੌਰ ਹੁਣ ਤੇ ਐਡਮਿਟ ਨੇ, ਇੱਥੇ ਦਾਖਲ ਨੇ। ਪਹਿਲਾਂ ਇਹ ਪਰਿਵਾਰ ਚਲਾਉਂਦੇ ਸੀ ਆਪਣਾ, ਮਿਸਤਰੀਆਂ ਮਗਰ ਦਿਹਾੜੀ ਕਰਨ ਜਾਂਦੇ ਸੀ ਜਾਂ ਕੁਝ ਵੀ,
ਹੁਣ ਇਹਨਾਂ ਦੇ ਪਿੱਛੋਂ ਕਿੱਦਾਂ ਪਰਿਵਾਰ ਦਾ ਕਿੱਦਾਂ ਚੱਲ ਰਿਹਾ ਹੈ ਵੀ ਰੋਟੀ ਪਾਣੀ ਦਾ ਜਿਹੜਾ ਇਹ ਵਿੱਚ ਇਸ ਤਰ੍ਹਾਂ ਹੀ ਇਹ ਵਿਚਾਰੀ ਦਿਹਾੜੀ ਕਰਕੇ ਲਿਆਉਂਦੀ 200-150 ਰੁਪਏ ਦਿੰਦੇ ਸੀ। ਕੌਣ ਦਿਹਾੜੀ ਕਰਦੇ ਇਹੋ ਵਿਚਾਰੀ ਜਾਂਦੀ ਸੀ। ਹਾਂਜੀ ਹੁਣ ਇਹ ਤੇ ਇੱਥੇ ਦਾਖਲ ਨਹੀਂ ਨੇ ਹਾਂਜੀ। ਹੁਣ ਕੌਣ ਕਰ ਰਿਹਾ ਹੁਣ ਇਸ ਤਰ੍ਹਾਂ ਹੀ ਆ, ਤੂੰ ਮੈਂ ਹੀ, ਰੱਬ ਤਰਸੀ, ਕੋਈ ਲਾਗੋ ਮੰਨਿਓ, ਕਿਸੇ ਨੇ ਕਣਕ ਦੇਤੀ ਆ, ਕਿਸੇ ਨੇ ਸੌਦਾ ਲੈਤਾ ਦੁਕਾਨ ਤੋਂ ਉਧਾਰ। ਉਹ ਬੱਚੇ ਫੋਨ ਕਰਦੇ ਪਏ ਜੀ ਉਧਾਰ ਸੌਦਾ ਲੈਤਾ ਫਲਾਨਿਆਂ ਨੇ ਸਾਨੂੰ, ਉਹ ਵੀ ਦੇਣੇ। ਸੋ ਸਾਧ ਸੰਗਤ ਜੀ, ਅਸੀਂ ਇਹ ਪੁੱਛਣ ਦਾ ਯਤਨ ਕਰ ਰਿਹਾ ਸਾਂ ਕਿ ਪਿੱਛੋਂ, ਕਿਉਂਕਿ ਹੁਣ ਹਰਜਿੰਦਰ ਕੌਰ ਜੀ ਇੱਥੇ ਦਾਖਲ ਨੇ, ਤੇ ਪਿੱਛੋਂ ਕਿਸ ਤਰ੍ਹਾਂ ਪਰਿਵਾਰ ਦਾ ਚੱਲ ਰਿਹਾ ਹੈ। ਤਾਂ ਮਾਤਾ ਜੀ ਦੱਸ ਰਹੇ ਸਨ ਕਿ ਕੋਈ ਜਿਹੜੇ ਮਤਲਬ ਕਿ ਜਾਣ ਪਛਾਣ ਵਾਲੇ ਨੇ ਜਾਂ ਜਿਨ੍ਹਾਂ ਦੇ ਅੰਦਰ ਰੱਬ ਰਹਿਮ ਹੈਗਾ, ਉਹ ਵੀ ਹੈਲਪ ਕਰ ਦਿੰਦੇ ਨੇ। ਕਿਸੇ ਨੇ ਕੋਈ ਸੌਦਾ ਲੈਤਾ, ਕਿਸੇ ਨੇ ਕੋਈ, ਇਸ ਤਰ੍ਹਾਂ ਪਰਿਵਾਰ ਦਾ ਪਿੱਛੋਂ ਗੁਜ਼ਾਰਾ ਚੱਲ ਰਿਹਾ। ਅਸੀਂ ਜਦੋਂ ਹਰਜਿੰਦਰ ਕੌਰ ਜੀ ਆਪਣੇ ਘਰ ਚਲੇ ਜਾਣਗੇ ਤਾਂ ਅਸੀਂ ਇਹਨਾਂ ਦੇ ਘਰ ਵੀ ਪਹੁੰਚਾਂਗੇ, ਘਰੇ ਜਾ ਕੇ ਵੀ ਆਪ ਸੰਗਤਾਂ ਨੂੰ ਜਿਹੜੇ ਹਾਲਾਤ ਉਹਨਾਂ ਤੋਂ ਜਾਣੂ ਕਰਵਾਵਾਂਗੇ। ਤੇ ਉਸ ਤੋਂ ਬਾਅਦ ਮੈਂ ਇਹ ਵੀ ਆਪ ਸੰਗਤਾਂ ਨੂੰ ਕਿ ਬੇਨਤੀ ਕਰਾਂਗਾ ਕਿ ਜਦੋਂ ਅਸੀਂ ਘਰ ਜਾਵਾਂਗੇ ਇਹਨਾਂ ਦੀਆਂ 3 ਬੇਟੀਆਂ, ਜਿਨ੍ਹਾਂ 'ਚੋਂ ਇੱਕ ਵਿਆਹੀ ਆ, 2 ਵਿਆਹੁਣ ਵਾਲੀਆਂ ਨੇ, ਔਰ ਇੱਕ ਬੇਟਾ ਛੋਟਾ। ਹੋਰ ਵੀ ਅਸੀਂ ਉੱਥੇ ਜਾ ਕੇ ਤੁਹਾਨੂੰ ਜੋ ਕੰਡੀਸ਼ਨ ਦਿਖਾਵਾਂਗੇ, ਆਪ ਉਹ ਕੰਡੀਸ਼ਨ ਵੇਖ ਕੇ ਇਹਨਾਂ, ਜਿਵੇਂ ਆਪ ਕੋਈ ਗੋਦ ਲੈ ਲੈਂਦਾ, ਇਹਨਾਂ ਦੀ ਕੋਈ ਬੱਚੀ ਗੋਦ ਵੀ ਲੈ ਸਕਦਾ ਹੈ, ਜਿਵੇਂ ਗਾਂ ਦਾ ਵਿਆਹ ਹੋਣਾ ਹੈ ਜਾਂ ਦੋਵੇਂ ਬੇਟੀਆਂ ਵਿਆਹੁਣ ਵਾਲੀਆਂ ਨੇ, ਕਿਸੇ ਪ੍ਰਕਾਰ ਦੀ ਵੀ ਜੇ ਤੁਸੀਂ ਕੋਈ ਸਿੱਧੀ ਸਹਾਇਤਾ ਵੀ ਜਿਹੜੀ ਉਹ ਕਰਨੀ ਚਾਹੋ ਤਾਂ ਉਹ ਤੁਸੀਂ ਇਸ ਪਰਿਵਾਰ ਦੀ ਕਰ ਵੀ ਸਕਦੇ ਹੋ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਹਰਜਿੰਦਰ ਕੌਰ, ਪਿੰਡ ਕਲੇਰ, ਜ਼ਿਲ੍ਹਾ ਤਰਨਤਾਰਨ, ਜੋ ਕਿ ਹੁਣ ਆਪਣੇ ਘਰ ਪਹੁੰਚ ਚੁੱਕੇ ਨੇ। ਸੰਗਤ ਏਡ ਵੱਲੋਂ ਸੰਸਥਾ ਦੀ ਐਂਬੂਲੈਂਸ ਰਾਹੀਂ ਇਹਨਾਂ ਨੂੰ ਘਰ ਜਿਹੜਾ ਪਹੁੰਚਾਇਆ ਜਾ ਰਿਹਾ। ਆਪ ਵੇਖ ਰਹੇ ਹੋ ਕਿ ਆਪਣੇ ਘਰ ਪਹੁੰਚ ਚੁੱਕੇ ਨੇ ਬੀਬੀ ਹਰਜਿੰਦਰ ਕੌਰ। ਇਹਨਾਂ ਦਾ ਆਪਰੇਸ਼ਨ ਹੋਇਆ ਸੀ। ਆਪਰੇਸ਼ਨ ਦੀ ਸਫਲਤਾ ਤੋਂ ਬਾਅਦ ਇਹਨਾਂ ਨੂੰ ਡਾਕਟਰਾਂ ਨੇ ਘਰ ਭੇਜਿਆ। ਆਪ ਦੇਖ ਰਹੇ ਹੋ ਕਿ ਇਹਨਾਂ ਦੇ ਬੱਚੇ, ਇਹਨਾਂ ਦੇ ਪਰਿਵਾਰਕ ਮੈਂਬਰ ਵੀ ਇਹਨਾਂ ਨੂੰ ਨਾਲ ਲੈਣ ਵਾਸਤੇ ਪਹੁੰਚੇ ਨੇ ਅੱਗੇ। ਸੋ ਆਓ ਘਰ ਵੀ ਆਪਾਂ ਚੱਲਦੇ ਹਾਂ ਹੌਲੀ ਹੌਲੀ। ਸਾਰੇ ਪਰਿਵਾਰਕ ਮੈਂਬਰਾਂ ਦੇ ਵਿੱਚ ਬੜਾ ਉਤਸ਼ਾਹ ਹੈ। ਤੁਸੀਂ ਵੇਖ ਰਹੇ ਹੋ ਇੱਕ ਪਰਿਵਾਰ ਜਿਹਦੇ ਲਈ ਆਪ ਸੰਗਤਾਂ ਨੇ ਇੱਕ ਕਿਰਨ ਦੀ ਆਸ ਜਗਾਈ ਸੀ, ਔਰ ਕਿਰਨ ਜਿਹੜੀ ਹੈ ਉਹ ਪੂਰਨ ਪ੍ਰਕਾਸ਼ ਦਾ ਰੂਪ ਬਣ ਕੇ ਪਰਿਵਾਰ ਦੇ ਵਿਹੜੇ ਆਈ ਹੈ। ਤੇ ਪਰਿਵਾਰਕ ਮੈਂਬਰ ਪ੍ਰਕਾਸ਼ ਦਾ ਰੂਪ ਬਣ ਕੇ ਕਿਰਨ ਜਾਗੀ ਹੈ। ਸਾਡੇ ਨਾਲ ਹਰਜਿੰਦਰ ਕੌਰ ਜੀ ਦੀ ਵੱਡੇ ਬੇਟੀ, ਜਿਨ੍ਹਾਂ ਦੀ ਸ਼ਾਦੀ ਵੀ ਹੋਈ ਆ, ਉਹਨਾਂ ਨੂੰ ਜਾਣਨ ਦਾ ਯਤਨ ਕਰਦੇ ਹਾਂ। ਭੈਣ ਜੀ, ਤੁਹਾਡੇ ਮਾਤਾ ਜੀ ਠੀਕ ਹੋ ਕੇ ਆਪਰੇਟ ਹੋਇਆ, ਘਰ ਆਏ ਨੇ, ਕੀ ਕਹਿਣਾ ਚਾਹੋਗੇ? ਸੰਗਤ ਸੁਣ ਰਹੀ ਹੈ। ਸਾਨੂੰ ਬੜੀ ਖੁਸ਼ੀ ਆ ਕਿ ਸਾਡੀ ਮੰਮੀ ਚੰਗੀ ਭਲੀ ਦੇ ਘਰ ਆ ਗਏ। ਸੋ ਸਾਧ ਸੰਗਤ ਜੀ, ਇਹ ਨੇ ਵੱਡੀ ਬੇਟੀ ਹਰਜਿੰਦਰ ਕੌਰ ਜੀ ਦੇ। ਬੜੇ ਖੁਸ਼ ਨੇ ਸਾਰੇ ਪਰਿਵਾਰਕ ਮੈਂਬਰ ਵੀ। ਆਪ ਸੰਗਤਾਂ ਨੇ ਇਸ ਪਰਿਵਾਰ ਨੂੰ ਇੱਕ ਨਵੀਂ ਖੁਸ਼ੀ ਦਿੱਤੀ ਹੈ। ਹਰਜਿੰਦਰ ਕੌਰ ਦੀ ਨਵੀਂ ਜ਼ਿੰਦਗੀ ਉਹਨਾਂ ਨੂੰ ਮਿਲੀ ਹੈ, ਨਵੀਂ ਖੁਸ਼ੀ ਮਿਲੀ ਹੈ। ਇਹ ਤੁਸੀਂ ਘਰ ਵੇਖ ਰਹੇ ਹੋ ਹਰਜਿੰਦਰ ਕੌਰ ਜੀ ਦਾ। ਇਹ ਵੱਡੀ ਬੇਟੀ ਹੈ ਜਿਨ੍ਹਾਂ ਦੀ ਮੈਰਿਜ ਹੋਈ ਹੈ, ਔਰ ਨਾਲ ਹੋਰ ਪਰਿਵਾਰਕ ਮੈਂਬਰ ਨੇ। ਬਾਕੀ ਵੀ ਅਸੀਂ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਸੋ ਆਓ, ਹਰਜਿੰਦਰ ਕੌਰ ਜੋ ਆਪਣੇ ਘਰ ਐਂਟਰ ਹੋ ਰਹੇ ਨੇ। ਛੋਟਾ ਜਿਹਾ ਉਹਨਾਂ ਦਾ ਘਰ ਹੈ, ਛੋਟਾ ਜਿਹਾ ਮਕਾਨ ਹੈ, ਤੇ ਵੇਖ ਸਕਦੇ ਹੋ ਛੋਟਾ ਜਿਹਾ ਵਿਹੜਾ ਹੈ, ਪਰ ਇਹ ਸਾਰਾ ਵਿਹੜਾ ਅੱਜ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ, ਆਪ ਜੀ ਦੀ ਦਿਆਲਤਾ ਦੇ ਨਾਲ ਅੱਜ ਖੁਸ਼ੀ ਨਾਲ ਭਰਿਆ ਹੋਇਆ ਹੈ।
ਸਾਡੇ ਨਾਲ ਹਰਜਿੰਦਰ ਕੌਰ ਦੇ ਦੇਰ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਤੁਹਾਨੂੰ ਸਾਰੀ ਸੰਗਤ ਸੁਣ ਰਹੀ ਹੈ, ਜਿਨ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਬੀਬੀ ਹਰਜਿੰਦਰ ਕੌਰ ਜੀ ਦਾ ਆਪਰੇਸ਼ਨ ਹੋਇਆ ਹੈ ਔਰ ਅੱਜ ਉਹ ਆਪਣੇ ਘਰ ਪਹੁੰਚੇ ਨੇ। ਸੰਗਤ ਨੂੰ ਕੀ ਕਹਿਣਾ ਚਾਹੋ? ਅਸੀਂ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਬਹੁਤ ਜ਼ਿਆਦਾ ਇਹਨਾਂ ਦਾ ਪਤੀ ਵੀ ਨਹੀਂ ਸਿਰ 'ਤੇ ਹੈਗਾ, ਵੀ ਬੱਚੇ ਬਹੁਤ ਦਿਹਾੜੀ ਕਰਕੇ ਵਿਚਾਰੀ ਪਾ ਰਹੇ 200 ਰੁਪਏ ਦਿਹਾੜੀ ਲੈ ਗਏ। ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਵੀ ਸ਼ੁਕਰ ਕਰਦੇ ਹਾਂ ਵੀ ਇਸ ਵਿਚਾਰੀ ਨੂੰ ਦੂਰਾ ਜਨਮ ਦਿੱਤਾ, ਨਹੀਂ ਤਾਂ ਇਸ ਦਾ ਇਲਾਜ ਨਹੀਂ ਹੋਣਾ। ਸੋ ਸਾਧ ਸੰਗਤ ਜੀ, ਆਪ ਮਤਲਬ ਕਿ ਸੁਣ ਰਹੇ ਹੋ ਕਿ ਭਾਈ ਸਾਹਿਬ ਜਿਹੜੇ ਆ ਉਹ ਧੰਨਵਾਦ ਕਰ ਰਹੇ ਨੇ ਵੀ ਇਲਾਜ ਨਹੀਂ ਸੀ ਹੋਣਾ, ਇਲਾਜ ਤੋਂ ਇਹਨਾਂ ਦਾ ਨੁਕਸਾਨ ਵੀ ਹੋ ਸਕਦਾ ਸੀ, ਜਾਨ ਵੀ ਜਾ ਸਕਦੀ ਸੀਗੀ। ਤਾਂ ਜਦੋਂ ਅਸੀਂ ਪਹਿਲੇ ਦਿਨ ਆਏ ਸਾਂ, ਇਸੇ ਘਰ ਵਿੱਚ ਹੀ ਆਏ ਸਾਂ ਅਤੇ ਸਾਰਾ ਪਰਿਵਾਰ ਜਿਹੜਾ ਚਿੰਤਾ ਦੇ ਵਿੱਚ ਸੀਗਾ, ਕਿਉਂਕਿ ਕਿਸੇ ਪਾਸਿਓਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਸੀ ਦਿੰਦੀ। ਜਦੋਂ ਸਾਡੀ ਸੰਸਥਾ ਨੇ ਨਾਲ ਸੰਪਰਕ ਕੀਤਾ, ਉਹ ਵੀ ਤੁਸੀਂ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਨੇ ਉਹ ਵੇਖੀਆਂ ਨੇ, ਸਾਰੀ ਗੱਲਬਾਤ ਤੁਸੀਂ ਸੁਣੀ ਹੈ। ਔਰ ਅੱਜ ਪਰਿਵਾਰ ਦੇ ਵਿੱਚ ਇਸ ਗੱਲ ਦੀ ਬੜੀ ਭਾਰੀ ਖੁਸ਼ੀ ਆ ਕਿ ਹਰਜਿੰਦਰ ਕੌਰ, ਕਿਉਂਕਿ ਖਰਚਾ ਬੜਾ ਵੱਡਾ ਸੀਗਾ, ਖਰਚਾ ਤਕਰੀਬਨ 2.5-3 ਲੱਖ ਡਾਕਟਰ ਦੱਸ ਰਹੇ ਸੀਗੇ। ਤਾਂ ਉਹ ਸਾਰਾ ਖਰਚਾ ਹੁਣ ਕਿੰਨਾ ਹੈ ਉਹ ਵੀ ਅਸੀਂ ਤੁਹਾਡੇ ਨਾਲ ਛੇਤੀ ਜਾਣਕਾਰੀ ਸਾਂਝੀ ਕਰਾਂਗੇ। ਅਤੇ ਉਹ ਸਾਰਾ ਖਰਚਾ ਆਪ ਸੰਗਤਾਂ ਨੇ ਚੁੱਕਿਆ। ਇਹ ਪਰਿਵਾਰ ਇੰਨਾ ਸਮਰੱਥ ਨਹੀਂ ਸੀਗਾ, 2 ਟਾਈਮ ਦੀ ਰੋਟੀ ਵੀ ਜਿਹੜੀ ਹੈ ਉਹ ਇਸ ਪਰਿਵਾਰ ਲਈ ਮੁਸ਼ਕਲ ਸੀਗੀ। ਪਰ ਚਲੋ ਆਪ ਸੰਗਤਾਂ ਦੇ ਸਹਿਯੋਗ ਨਾਲ ਪਰਮਾਤਮਾ ਦੀ ਕਿਰਪਾ ਹੋਈ ਔਰ ਪਰਮਾਤਮਾ ਦੀ ਕਿਰਪਾ ਸਦਕਾ ਅੱਜ ਬੀਬੀ ਹਰਜਿੰਦਰ ਕੌਰ ਘਰ ਪਹੁੰਚੇ ਨੇ। ਆਓ ਹੁਣ ਆਪਾਂ ਪਰਿਵਾਰਕ ਮੈਂਬਰਾਂ ਦੇ ਨਾਲ, ਇਕੱਲੇ ਪਰਿਵਾਰਕ ਮੈਂਬਰ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਹਾਂ, ਉਹਨਾਂ ਦੇ ਕੋਲੋਂ ਜਾਣਨ ਦਾ ਯਤਨ ਕਰਦੇ ਹਾਂ ਕਿ ਕੀ ਮਹਿਸੂਸ ਕਰ ਰਹੇ ਨੇ, ਕਿਸ ਤਰ੍ਹਾਂ ਫੀਲ ਹੋ ਰਿਹਾ ਉਹਨਾਂ ਨੂੰ। ਉਹਨਾਂ ਦੇ ਮਾਤਾ ਜੀ ਘਰ ਆਏ ਨੇ। ਸੋ ਸਤ ਸੰਗਤ ਜੀ, ਸਾਡੇ ਨਾਲ ਨੇ ਬੀਬੀ ਹਰਜਿੰਦਰ ਕੌਰ ਜੀ ਦੇ ਪਰਿਵਾਰਕ ਮੈਂਬਰ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀਆਂ 3 ਬੇਟੀਆਂ ਨੇ। ਵੱਡੀ ਬੇਟੀ ਵਿਆਹੀ ਹੋਈ ਹੈ, 2 ਛੋਟੀਆਂ ਵਿਆਹੁਣ ਵਾਲੀਆਂ ਨੇ ਔਰ ਇਹਨਾਂ ਦਾ ਇੱਕ ਬੇਟਾ ਹੈ, ਉਹ ਦਿਹਾੜੀ 'ਤੇ ਗਿਆ ਹੋਇਆ, ਕੰਮ 'ਤੇ ਗਿਆ ਹੋਇਆ। ਕਿਉਂਕਿ ਪਹਿਲਾਂ ਇਹ ਆਪ ਦਿਹਾੜੀ ਕਰਦੇ ਸਨ, ਬੇਟਾ ਪੜ੍ਹਦਾ ਸੀ, ਪਰ ਇਹਨਾਂ ਦੇ ਇਸ ਤਰ੍ਹਾਂ ਪ੍ਰੋਬਲਮ ਆਉਣ 'ਤੇ 16-17 ਸਾਲ ਦਾ ਜੋ ਬੱਚਾ ਹੈ ਉਹ ਆਪ ਹੁਣ ਦਿਹਾੜੀ ਕਰਨ ਜਾਂਦਾ। ਸੋ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਆਪ ਸੰਗਤਾਂ ਨੇ ਵੀ ਕਰ ਦੇਣੀ ਚਾਹੁੰਦਾ, ਕਿਉਂਕਿ ਹੁਣ ਹਾਲੇ ਬੀਬੀ ਹਰਜਿੰਦਰ ਕੌਰ ਜਿਹੜੇ ਨੇ, ਭਾਵੇਂ ਕਿ ਇਹਨਾਂ ਦਾ ਆਪਰੇਟ ਹੋ ਗਿਆ, ਇਹਨਾਂ ਦੀ ਜਿਹੜੀ ਪ੍ਰੋਬਲਮ ਉਹ ਤਾਂ ਸੋਲਵ ਹੋ ਗਈ ਹੈ, ਪਰ ਇਹਨਾਂ ਨੂੰ ਨੋਰਮਲ ਪੋਜੀਸ਼ਨ ਵਿੱਚ ਆਉਂਦਿਆਂ ਤਕਰੀਬਨ 2 ਤੋਂ 2.5 ਮਹੀਨੇ ਲੱਗ ਸਕਦੇ ਨੇ। ਤਾਂ ਆਪ ਦੇਖ ਸਕਦੇ ਹੋ, ਕੇਵਲ ਇੱਕ ਹੀ ਇਹਨਾਂ ਦਾ ਰੂਮ ਹੈ, ਇਸੇ ਰੂਮ ਦੇ ਵਿੱਚ ਇਹਨਾਂ ਦੀ ਰਸੋਈ ਹੈ, ਇਸੇ ਰੂਮ ਦੇ ਵਿੱਚ ਇਹਨਾਂ ਦੀ ਰਿਹਾਇਸ਼ ਹੈ ਔਰ ਇਸ ਰੂਮ ਦੇ ਅੱਗੇ ਥੋੜ੍ਹਾ ਜਿਹਾ ਵਿਹੜਾ ਹੈ। ਤਕਰੀਬਨ ਇਹ ਜਿਹੜਾ ਵਿਹੜਾ ਹੈ 20 ਬਾਈ 20 ਦਾ, 20 ਫੁੱਟ ਚੌੜਾ ਅਤੇ 20 ਫੁੱਟ ਲੰਮਾ, ਇੰਨਾ ਕੁ ਮਤਲਬ ਕਿ ਮਕਾਨ ਹੈ। ਤਾਂ ਇਹਨਾਂ ਦੀਆਂ ਸਾਡੇ ਨਾਲ ਬੇਟੀਆਂ ਵੀ ਨੇ, ਬੇਟੀਆਂ ਦੇ ਕੋਲੋਂ ਆਪਾਂ ਇਹ ਵੀ ਜਾਣਨ ਦਾ ਯਤਨ ਕਰਾਂਗੇ ਕਿ ਅੱਜ ਇਹਨਾਂ ਦੇ ਮਦਰ, ਇਹਨਾਂ ਦੇ ਮਾਤਾ ਜੀ ਠੀਕ ਹੋ ਕੇ ਘਰ ਆਏ ਨੇ, ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਇਹਨਾਂ ਨੂੰ। ਕਾਫੀ ਖੁਸ਼ ਵੀ ਨਜ਼ਰ ਆ ਰਹੀਆਂ ਸਾਨੂੰ। ਔਰ ਦੂਸਰੀ ਬੇਨਤੀ ਇਹ ਕਰਨੀ ਹੈ ਕਿ ਵੇਖੋ, ਇਹ ਜਿਹੜੀਆਂ ਬੇਟੀਆਂ ਨੇ ਵਿਆਹੁਣ ਯੋਗ ਨੇ। ਬੀਬੀ ਹਰਜਿੰਦਰ ਕੌਰ ਜੀ ਜਿਹੜੇ ਕੰਮ ਕਰਦੇ ਸਨ ਉਹ ਇਸ ਪੋਜੀਸ਼ਨ ਵਿੱਚ ਨੇ, ਹਾਲੇ ਇਹਨਾਂ ਨੂੰ ਨੋਰਮਲ ਹੁੰਦਿਆਂ ਕੁਝ ਟਾਈਮ ਲੱਗ ਸਕਦਾ। ਸੋ ਆਪ ਸੰਗਤਾਂ ਜਿਵੇਂ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੇ ਉੱਪਰ ਪਰਉਪਕਾਰ ਕਰਦੇ ਹੋ, ਸਹਿਯੋਗ ਕਰਦੇ ਹੋ ਮਾਇਕ ਤੌਰ 'ਤੇ। ਸੋ ਆਪ ਸੰਗਤਾਂ ਦੇ ਵਿੱਚੋਂ ਕੋਈ ਗੁਰਮੁਖ ਪਿਆਰਾ ਚਾਹਵਾਨ ਹੋਵੇ ਤਾਂ ਇਹ ਜਿਹੜੀਆਂ ਬੇਟੀਆਂ ਨੇ, ਇਹਨਾਂ ਦੀ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਵੀ ਲੈ ਸਕਦਾ। ਸਾਡਾ ਮਕਸਦ ਕੇਵਲ ਇਹਨਾਂ ਬੇਟੀਆਂ ਨੂੰ ਸਕਰੀਨ 'ਤੇ ਲਿਆਉਣ ਦਾ ਇਹੀ ਹੈ, ਕਿਉਂਕਿ ਪਰਿਵਾਰ ਲੋੜਵੰਦ ਹੈ। ਸੋ ਆਓ ਪਹਿਲਾਂ ਆਪਾਂ ਜਾਣਨ ਦਾ ਯਤਨ ਕਰਦੇ ਹਾਂ ਬੇਟੀਆਂ ਦੇ ਕੋਲੋਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ, ਇਹਨਾਂ ਦੇ ਮਦਰ ਆ ਰਹੇ ਨੇ। ਸੋ ਬੇਟਾ, ਸੰਗਤ ਆਪ ਜੀ ਨੂੰ ਸੁਣ ਰਹੇ ਨੇ, ਕੀ ਕਹਿਣਾ ਚਾਹੋਗੇ? ਅੱਜ ਤੁਹਾਡੇ ਮਾਤਾ ਜੀ ਘਰ ਆਏ। ਬਹੁਤ ਖੁਸ਼ ਹਾਂ, ਮੰਮਾ ਆ ਗਏ ਵਾਪਸ। ਹਾਂਜੀ, ਧੰਨਵਾਦ ਕਰ ਰਹੇ ਨੇ, ਕਹਿੰਦੇ ਅਸੀਂ ਬੜੇ ਖੁਸ਼ ਹਾਂ। ਸੰਗਤ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਸੰਗਤਾਂ ਨੇ ਇਹ ਪਰਉਪਕਾਰ ਦਾ ਕਾਰਜ ਕੀਤਾ। ਸਾਰਾ ਕੁਝ ਤੁਹਾਨੂੰ ਵਿਖਾਉਣ ਦਾ ਇਹੀ ਮਕਸਦ ਹੈ ਕਿ ਜਦੋਂ ਇੱਕ ਨਿਰਾਸ਼ ਚਿਹਰੇ 'ਤੇ, ਇੱਕ ਚਿੰਤਾਤਰ ਚਿਹਰੇ ਦੇ ਉੱਤੇ ਖੁਸ਼ੀ ਆਉਂਦੀ ਹੈ ਤਾਂ ਉਹ ਕਿਵੇਂ ਮਹਿਸੂਸ ਕਰ ਸਕਦੇ, ਕੇਵਲ ਵੇਖਿਆ ਹੀ ਪਤਾ ਲੱਗਦਾ ਹੈ ਕਿ ਤੁਹਾਡੀ ਉਦਮ ਦੇ ਸਦਕਾ ਸੰਗਤ ਏਡ ਨੂੰ ਤੁਸੀਂ ਸਹਿਯੋਗ ਕੀਤਾ। ਆਪ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਨੇ ਪਰਿਵਾਰ ਦੀ ਇਲਾਜ ਦੀ ਜ਼ਿੰਮੇਵਾਰੀ ਲਈ ਬੀਬੀ ਹਰਜਿੰਦਰ ਕੌਰ ਜੀ ਦੇ, ਔਰ ਅੱਜ ਉਹ ਠੀਕ ਹੋ ਕੇ ਆਏ ਨੇ। ਅਤੇ ਉਹ ਜਿਹੜੀ ਅਜੀਬ ਖੁਸ਼ੀ ਆ ਪਰਿਵਾਰ ਦੇ ਚਿਹਰੇ 'ਤੇ, ਇਹ ਅਸੀਂ ਆਪ ਜੀ ਨੂੰ ਵਿਖਾ ਰਹੇ ਹਾਂ ਔਰ ਆਪ ਸੰਗਤਾਂ ਦੇ ਸਹਿਯੋਗ ਸਦਕਾ ਇਹ ਖੁਸ਼ੀ ਆਈ ਹੈ। ਸੋ ਭਾਵੁਕ ਵੀ ਹੋ ਰਹੇ ਨੇ, ਅਤੇ ਕਿਉਂਕਿ ਮੁਸ਼ਕਿਲ ਹੁੰਦਾ ਹੈ। ਕਾਫੀ ਦਿਨਾਂ ਬਾਅਦ ਘਰ ਆਏ ਨੇ, ਤਕਰੀਬਨ 8-10 ਦਿਨ ਤੋਂ ਬਾਅਦ ਇਹ ਘਰ ਆਪਣੇ ਪਹੁੰਚੇ ਨੇ। ਸੋ ਅਸੀਂ ਇੱਕ ਥੋੜ੍ਹਾ ਜਿਹਾ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਆਪਣੇ ਕੈਮਰੇ ਦੇ ਰਾਹੀਂ ਥੋੜ੍ਹਾ ਜਿਹਾ ਮੈਂ ਚਾਹਾਂਗਾ ਕਿ ਜਿਹੜੇ ਰੂਮ ਦੇ ਵਿੱਚ
ਅਸੀਂ ਬੈਠੇ ਹੋਏ ਹਾਂ। ਇੱਕੋ ਇੱਕ ਰੂਮ ਹੈ ਬੀਬੀ ਰਜਿੰਦਰ ਕੌਰ ਜੀ ਦਾ, ਇਹ ਤੁਸੀਂ ਦੇਖ ਰਹੇ ਹੋ, ਇਹ ਰਸੋਈ ਹੈ। ਇੱਥੇ ਹੀ ਇਹਨਾਂ ਦਾ ਚਮਕਾ ਚੁੱਲ੍ਹਾ ਜਿਹੜਾ ਉਹ ਲੱਗਾ ਹੋਇਆ ਹੈ। ਰਸੋਈ ਰੂਮ ਤੋਂ ਵੱਖ ਨਹੀਂ ਹੈ, ਇੱਕ ਰੂਮ ਹੈ ਤਕਰੀਬਨ 20 ਫੁੱਟ ਦਾ, 20 ਫੁੱਟ ਦਾ ਰੂਮ ਹੈ, ਉਹਦੇ ਵਿੱਚ ਇਹ ਰਸੋਈ ਸਜਾਈ ਹੋਈ ਹੈ। ਤੇ ਇਧਰਲੇ ਪਾਸੇ ਔਰ ਪਿਛਲੇ ਪਾਸੇ ਰਿਹਾਇਸ਼ ਇਸੇ ਰੂਮ ਦੇ ਵਿੱਚ ਹੀ ਹੈ। ਉਹ ਵੀ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਥੋੜ੍ਹਾ ਜਿਹਾ ਪਿਛਲੇ ਪਾਸਿਓਂ ਜਿਹੜਾ ਉਹ ਸੰਗਤ ਨੂੰ ਵਿਖਾਉਣ ਇਹਨਾਂ ਦਾ ਰੂਮ ਸਾਰਾ ਜਿਹੜਾ। ਤੋ ਤੁਸੀਂ ਵੇਖ ਸਕਦੇ ਹੋ ਕਿ ਜਿਸ ਪਰਿਵਾਰ ਦੀ ਤੁਸੀਂ ਹੈਲਪ ਕੀਤੀ ਹੈ, ਮਦਦ ਕੀਤੀ ਹੈ, ਉਹ ਪਰਿਵਾਰ ਵਾਕਿਆ ਹੀ ਲੋੜਵੰਦ ਸੀ ਔਰ ਤੁਹਾਡੀ ਜਿਹੜੀ ਸੇਵਾ ਹੈ ਉਹ ਥਾਂ ਪਈ ਹੈ। ਸੋ ਸਤਿਗੁਰੂ ਗਰੀਬ ਨਵਾਜ ਇਸੇ ਤਰ੍ਹਾਂ ਕਿਰਪਾ ਕਰਨ। ਸੋ ਸਾਡੇ ਨਾਲ ਭਾਈ ਸਾਹਿਬ ਨੇ। ਭਾਈ ਸਾਹਿਬ, ਇਹ ਬੀਬੀ ਰਜਿੰਦਰ ਕੌਰ ਜੀ ਦੇ ਦੇਰ ਨੇ, ਤੁਹਾਡਾ ਸ਼ੁਭ ਨਾਮ ਕੀ? ਸੁਖਦੇਵ ਸਿੰਘ। ਸੁਖਦੇਵ ਸਿੰਘ। ਸੋ ਭਾਈ ਸਾਹਿਬ, ਸਭ ਤੋਂ ਪਹਿਲਾਂ ਦੱਸੋ ਵੀ ਤੁਹਾਡਾ ਜਿਹੜੇ ਬ੍ਰਦਰ ਨੇ, ਇਹਨਾਂ ਦੇ ਹਸਬੈਂਡ, ਇਹਨਾਂ ਦੇ ਪਤੀ, ਉਹਨਾਂ ਦੀ ਡੈਥ ਹੋ ਚੁੱਕੀ, ਕਿੰਨਾ ਚਿਰ ਹੋ ਗਿਆ ਉਹਨਾਂ ਦੀ ਡੈਥ? ਉਹਨਾਂ ਦੇ 4-5 ਸਾਲ ਹੋ ਗਏ ਆ। ਉਹ ਵੀ 4-5 ਸਾਲ ਹੋ ਗਿਆ। ਠੀਕ ਹੈ। ਇਹ ਬੀਬੀ ਰਜਿੰਦਰ ਕੌਰ ਜੀ ਫਿਰ ਆਪਣੇ ਪਤੀ ਦੀ ਡੈਥ ਤੋਂ ਬਾਅਦ ਸਾਰਾ ਪਰਿਵਾਰ ਦਾ ਜਿਹੜਾ ਖਰਚਾ ਹੈ ਆਪ ਹੀ ਚਲਾਉਂਦੇ, ਕੀ ਕੰਮ ਕਰਦੇ? ਸਾਰੀ ਡਿਟੇਲ ਜਿਹੜੀ ਥੋੜੀ ਸੰਗਤ ਨੂੰ ਦੱਸ ਦਿਓ ਵੀ ਕੀ ਕੰਮ ਕਰਦੇ। ਇਹਨਾਂ ਜਿਹੜਾ ਪਤੀ ਨਾ ਪਹਿਲਾਂ 4-5 ਸਾਲ ਜਿਹੜਾ ਮੰਜੇ ਤੇ ਪਿਆ ਰਿਹਾ, ਉਹਨੂੰ ਕੀ ਪ੍ਰੋਬਲਮ? ਉਹਨੂੰ ਜ਼ਿਆਦਾ ਪ੍ਰੋਬਲਮ ਹੀ ਕੋਈ, ਉਹਦੀਆਂ ਲੱਤਾਂ ਜਿੱਦਾਂ ਰਹਿ ਗਈਆਂ ਸੀ। ਉਹ ਕੋਈ ਕੰਮ ਕਾਰ ਨਹੀਂ ਹੁੰਦਾ, ਤੇ ਵਿਚਾਰੀ ਇਹੋ ਦਿਹਾੜੀ ਧੂੜੀ ਕਰਕੇ ਤੇ ਆਪਣੇ ਬੱਚੇ ਪਾਲ ਲੈਂਦੇ, ਉਹਦਾ ਮਾੜਾ ਮੋਟਾ ਇਲਾਜ ਕਰਾਉਂਦੀ ਰਹੀ ਵਿਚਾਰੀ। ਤੇ ਫਿਰ ਇੱਦਾਂ ਉਹਦੀ ਡੈਥ ਹੋ ਗਈ। ਉਸ ਤੋਂ ਬਾਅਦ ਫਿਰ ਇਹਨੇ ਆਪਣੀ ਜ਼ਿੰਮੇਵਾਰੀ ਤੇ ਵਿਚਾਰੀ ਕੰਮ ਕਰਦੀ ਰਹੀ ਹੈ। ਤੇ ਆਹ ਪ੍ਰੋਬਲਮ ਪੈ ਗਈ ਇਹਨੂੰ ਵਿਚਾਰੀ। ਵੱਡੀ ਬੇਟੀ ਦੀ ਮੈਰਿਜ ਬਾਅਦ ਵਿੱਚ ਹੋਈ? ਬਾਅਦ 'ਚ ਡੈਥ ਹੋਈ? ਹਾਂਜੀ, ਬਾਅਦ 'ਚ ਹੋਈ। ਠੀਕ। ਹਾਂਜੀ, ਉਹਦੀ ਬਾਅਦ 'ਚ ਹੋਈ, ਗੁਰਦੁਆਰੇ ਕੀਤੀ ਹੋਈ। ਹਾਂਜੀ, ਬਾਬਿਆਂ ਨੇ ਕੀਤੀ ਚਲਦੀ ਮਤ ਠੀਕ। ਸਰਾਲੀ ਸਾਹਿਬ ਵਾਲੇ, ਔਰ ਟਾਲਾ ਸਾਹਿਬ ਲਾਗੇ ਗੁਰਦੁਆਰਾ ਸਾਹਿਬ, ਇੱਥੇ 97 ਹੋਇਆ ਹੈ। ਅੱਛਾ। ਹਾਂਜੀ, ਠੀਕ। ਸੋ ਸਤ ਸੰਗਤ ਜੀ, ਜਿਵੇਂ ਕਿ ਦੱਸ ਰਹੇ ਨੇ ਕਿ ਹਰਜਿੰਦਰ ਕੌਰ ਜੀ ਦੀ ਵੱਡੀ ਬੇਟੀ ਦੀ ਜਿਹੜੀ ਮੈਰਿਜ ਹੈ ਉਹ ਵੀ ਕਿਸੇ ਸੰਪਰਦਾ ਵੱਲੋਂ ਕੀਤੀ ਗਈ ਹੈ, ਕਿਉਂਕਿ ਖੁਦ ਸਮਰੱਥ ਨਹੀਂ ਸਨ। ਜਿਵੇਂ ਅਸੀਂ ਦਿਖਾਇਆ ਕਿ ਬੇਟੀਆਂ ਵੀ ਉਹਨਾਂ ਦੀਆਂ ਜਿਹੜੀਆਂ ਨੇ, ਉਹ ਹੁਣ 2 ਬੇਟੀਆਂ ਨੇ, ਵਿਆਹੁਣ ਯੋਗ ਨੇ, ਘਰ ਵਸਾਉਣ ਉਹਨਾਂ ਦਾ ਜਿਹੜਾ ਉਹ ਵਸਣਾ ਚਾਹੀਦਾ। ਤੋ ਇੱਕ ਬੇਟਾ ਹੈ ਇਹਨਾਂ ਦਾ, ਔਰ ਮਜਬੂਰੀ ਐਸੀ ਬਣ ਜਾਂਦੀ ਹੈ ਕਿ ਇਹੋ ਜਿਹੇ ਪਰਿਵਾਰਾਂ ਦੀ ਬੱਚੇ ਪਹਿਲੀ ਗੱਲ ਪੜ੍ਹ ਹੀ ਨਹੀਂ ਸਕਦੇ। ਜੇ ਪੜ੍ਹ ਜਾਣ, ਜਦੋਂ ਇਹੋ ਜਿਹੀ ਪੋਜੀਸ਼ਨ, ਇਹੋ ਜਿਹੀ ਹਾਲਾਤ ਬਣ ਜਾਂਦੇ ਨੇ, ਤੇ ਉਹ ਪੜ੍ਹ ਕੇ ਕਿਤੇ ਵਧੀਆ ਥਾਂ 'ਤੇ ਸੈਟਲ ਵੀ ਨਹੀਂ ਹੋ ਸਕਦੇ। ਇਹਨਾਂ ਦੇ ਬੇਟੇ ਨੇ ਕੇਵਲ ਹਾਲੇ ਮੈਟ੍ਰਿਕ ਕੀਤੀ ਹੈ। ਤੋ ਮੈਟ੍ਰਿਕ ਤੋਂ ਬਾਅਦ +2 ਵੀ ਕਰ ਸਕਦਾ ਸੀਗਾ, ਪਰ ਘਰ ਦੇ ਹਾਲਾਤ ਹੀ ਐਸੇ ਬਣ ਗਏ ਕਿ ਇਹਨਾਂ ਦੀ ਮਦਰ, ਉਹਨਾਂ ਦੇ ਮਾਤਾ ਹਰਜਿੰਦਰ ਕੌਰ ਇਸ ਪੋਜੀਸ਼ਨ ਵਿੱਚ ਆ ਗਏ ਨੇ। ਤੇ ਹੁਣ ਉਹ ਬਾਹਰ ਮਿਸਤਰੀਆਂ ਦੇ ਮਗਰ ਲੇਬਰ ਦਾ ਕੰਮ ਕਰਨ ਜਾਂਦੇ ਨੇ, ਦਿਹਾੜੀ ਕਰਨ ਜਾਂਦੇ ਨੇ। ਤੇ ਦਿਹਾੜੀ ਦਾ ਆਲਮ ਇਸ ਤਰ੍ਹਾਂ ਦਾ, ਮੈਂ ਵੀ ਆਪ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕਰਨਾ ਕਿ ਅਸੀਂ ਲੇਬਰ ਚੌਂਕ ਤਰਨਤਾਰਨ ਪਿਛਲੇ ਦਿਨੀ ਗਏ ਸੀਗੇ, ਔਰ ਲੇਬਰ ਕਰਨ ਵਾਲੇ ਦਿਹਾੜੀਦਾਰਾਂ ਨੂੰ ਅਸੀਂ ਮਿਲੇ ਸੀਗੇ। ਉਹਨਾਂ ਦਾ ਕਹਿਣਾ ਸੀਗਾ ਕਿ ਆ ਕੇ ਲੇਬਰ ਚੌਂਕ ਵਿੱਚ ਖੜ੍ਹ ਜਾਈਦਾ, ਕਿਉਂਕਿ ਕਰੋਨਾ ਦਾ ਦੌਰ ਹੈ, ਕਰੋਨਾ ਦਾ ਸਮਾਂ ਹੈ। ਤਾਂ ਜਿਹੜੇ ਆਮ ਘਰ ਨੇ, ਉਹਨਾਂ ਦੇ ਕੰਮ ਬੰਦ ਨੇ। ਵੱਡੇ ਘਰ ਜਿਹੜੇ ਉਹ ਕੰਮ ਚਲਾ ਰਹੇ ਨੇ, ਅਤੇ ਉੱਥੇ ਆਲਰੇਡੀ ਉਹਨਾਂ ਦੇ ਆਪਣੇ ਬੰਦੇ ਨੇ, ਆਪਣੇ ਉਹਨਾਂ ਦਾ ਅਟੈਚਮੈਂਟ ਹੈ। ਤਾਂ ਸਾਨੂੰ ਕੋਈ ਨਾ ਕੋਈ ਜਿਹੜਾ ਕਿਤੇ ਲੋੜ ਪੈਂਦੀ ਹੈ ਤਾਂ ਲੈ ਜਾਂਦੇ ਨੇ, ਅਤੇ ਖੜ੍ਹ ਕੇ ਆਪਣੇ ਘਰ ਨੂੰ ਵਾਪਸ ਆ ਜਾਂਦੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਇਹੋ ਜਿਹੇ ਪਰਿਵਾਰਾਂ ਨਾਲ ਹੀ ਅਸੀਂ ਜ਼ਿਆਦਾ ਸੰਪਰਕ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿਸੇ ਦਿਨ ਲੇਬਰ ਚੌਂਕ ਦੇ ਵਿੱਚ ਜਾਈਏ, ਉੱਥੋਂ ਦੀ ਕਵਰੇਜ ਕਰੀਏ, ਔਰ ਉਹ ਵੀ ਆਪ ਸੰਗਤਾਂ ਨੂੰ ਦਿਖਾਈਏ, ਕਿਉਂਕਿ ਜਿਹੋ ਜਿਹੇ ਇੱਥੇ ਹਾਲਾਤ ਬਣੇ ਹੋਏ ਆ। ਔਰ ਉਹਨਾਂ ਦਾ ਕਹਿਣਾ ਸੀਗਾ ਫਿਰ ਜੀ ਕਰਦਾ ਲਿਜਾਂਦੇ ਨੇ, ਕੰਮ ਹੁੰਦਾ ਨਹੀਂ ਹੈ, ਜ਼ਿਆਦਾ ਜਾਣੇ ਹੁੰਦੇ ਨੇ, ਕੋਈ ਕਹਿੰਦਾ ਮੈਨੂੰ ਲੈ ਜਾਓ, ਕੋਈ ਕਹਿੰਦਾ ਮੈਨੂੰ ਲੈ ਜਾਓ। 450 ਰੁਪਈਆ ਦਿਹਾੜੀ ਹੈ, ਤਾਂ ਫਿਰ ਉਹ ਵੀ ਘੱਟ ਕਰਦੇ ਨੇ ਵੀ ਮੈਨੂੰ 400 'ਚ ਲੈ ਜਾ, ਦੂਜਾ ਕਹਿੰਦਾ ਮੈਨੂੰ 350 'ਚ ਲੈ ਜਾ, ਕੋਈ ਕਹਿੰਦਾ ਮੈਨੂੰ 300 'ਚ ਹੀ ਲੈ ਜਾ। ਤਾਂ ਉੱਧਰੋਂ ਵੀ ਜਿਹੜਾ ਲੋਸ ਹੁੰਦਾ ਹੈ। ਸੋ ਐਸੇ ਪਰਿਵਾਰਾਂ ਦੀ ਬਾਂਹ ਫੜਨ ਦੀ ਜਿਹੜੀ ਵੱਧ ਤੋਂ ਵੱਧ ਲੋੜ ਹੈ। ਆਪ ਸੰਗਤਾਂ ਹੀ ਕੁਝ ਕਰ ਸਕਦੇ ਹੋ। ਪੰਜਾਬ ਦੇ ਹਾਲਾਤਾਂ ਤੋਂ ਤੁਸੀਂ ਜਾਣੂ ਹੋ ਕਿ ਇੱਥੋਂ ਦੇ ਹਾਲਾਤ ਕਿਹੋ ਜਿਹੇ ਨੇ। ਸੋ ਆਪ ਸੰਗਤਾਂ ਨੂੰ ਇਹ ਅਪੀਲ ਹੈ। ਸੋ ਬੀਬੀ ਹਰਜਿੰਦਰ ਕੌਰ ਜੀ ਇੱਥੇ ਘਰ ਪਹੁੰਚ ਗਏ ਨੇ। 5 ਦਿਨ ਤੋਂ ਬਾਅਦ ਫਿਰ ਇਹਨਾਂ ਨੂੰ ਡਾਕਟਰਾਂ ਨੇ ਉੱਥੇ ਬੁਲਾਇਆ। ਇਹਨਾਂ ਦੀ ਅਗਲੀ ਅਪਡੇਟ ਜਲਦੀ ਅਸੀਂ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।